ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਵਿਲਨ ਚਾਹੀਦਾ ਹੈ ਤੇ ਤੁਹਾਡੀ ਬਿਲਕੁਲ ਜਿਹੜਾ ਵਾ ਸ਼ਕਲ ਉਸ ਸਾਡੇ ਕਿਰਦਾਰ ਨਾਲ ਮੈਚ ਕਰਦੀ ਹੈ। ਫਿਰ ਮੈਂ ਭੋਜਪੁਰੀ ਫਿਲਮਾਂ ਹਰਿਆਣਵੀ मूवी ਸੀ ਉਹ ਵੀ ਇੱਕ ਕੀਤੀ, ਹਿੰਦੀ भी कीतियां, पंजाबी मूवीज़ भी कीतियां ते कुछ मैं सीरीयल भी कीते सीगे। जिहड़ा DD1 ते एक नूरी सीरीयल काफ़ी मशहूर होया सीगा, उहदे च लामे दा करैक्टर सी जी मैं कीता। तू अपनी वेख उम्र वेख आवे किड्डे किड्डे तगड़े, तैनूं भी किदां तू कित्थे आ गया पंगा लैण। ते मैं उहनूं कहा, मैं कहा रजनीश देखी बनदा की आ। ਅਸੀਂ ਤੇ ਮੈਂ ਉਦੋਂ ਦੇਖਿਆ ਵੀ ਵਾਕਿਆ ਇੱਕ ਸਰਦਾਰੀ ਪੱਗ ਨਾਲ ਹੀ ਹੁੰਦੀ ਆ। ਮੈਂ ਕਿਹਾ ਮੈਨੂੰ ਕੋਈ ਲੱਖ ਰੁਪਈਆ ਦੇਵੇ ਮੈਂ ਤਾਂ ਨਾ ਕੇਸ ਰੱਖਾਂ, ਮੇਰਾ ਨਹੀਂ, ਮੈਂ ਰੱਖ ਸਕਦਾ ਭਾਈ। ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਲੋਕੀ ਤੇ ਤੇਲ ਲਾਉਂਦੇ ਆ ਵਾ ਵੀ ਕੇਸ ਹੋਣ ਤੇ ਸਾਡੇ ਕਈ ਕੁਝ ਕਰਦੇ ਆ। ਸਾਡੇ ਗੁਰੂ ਪਾਤਸ਼ਾਹ ਨੇ ਉਹਨਾਂ ਨੇ ਆਸ਼ੀਰਵਾਦ ਦੇ ਨਾਲ ਹੀ ਮੇਰੇ ਸਾਰੇ ਕੇਸ ਲੈਂਦੇ ਆ। ਮੈਂ ਯੰਗ ਬੱਚਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਮੇਰੇ ਛੋਟੇ ਵੀਰੋ, ਪੁੱਤਰੋ, ਭਰਾਓ, ਸਭ ਤੋਂ ਵੱਡੀ ਚੀਜ਼ ਇੱਕ ਸਿੱਖ ਵਾਸਤੇ ਸਿੱਖੀ ਆ। ਕਦੀ ਆਪਣੇ ਭੁੱਲ ਕੇ ਵੀ ਕੇਸ ਕਤਲ ਨਾ ਕਰਾਇਓ। ਇਹ ਸਰਦਾਰੀ ਨਹੀਂ ਜੇ ਮਿਲਦੀ। ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਪਰਿਵਾਰ ਨਿਸ਼ਾਵਰ ਕਰਕੇ ਸਾਨੂੰ ਇਹ ਸਿੱਖੀ ਬਖਸ਼ੀ ਆ। ਕਈ ਵਾਰੀ ਸਾਡੇ ਕੋਲ ਪੈਸੇ ਓਨੇ ਕੁ ਹੁੰਦੇ ਸੀਗੇ ਅਤੇ ਸੋਚਣਾ ਵੀ ਹੁਣ ਰੂਮ ਦਾ ਕਿਰਾਇਆ ਵੀ ਦੇਣਾ ਵਾ ਅਤੇ 3 ਵੀਲਰ ਨੇ ਪੈਸੇ ਜ਼ਿਆਦਾ ਲੈ ਲੈਣੇ ਆ ਅਤੇ 30-30, 40-40 ਕਿਲੋਮੀਟਰ ਵੀ ਪੈਦਲ ਕੱਢੇ ਐਡੀਸ਼ਨ ਦੇਣ ਵਾਸਤੇ। ਬੋਲੀ ਹੌਲੀ ਬਾਬਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਅਸੀਂ ਪਹੁੰਚੇ ਹਾਂ ਜੰਡਿਆਲਾ ਗੁਰੂ, ਔਰ ਅੱਜ ਅਸੀਂ ਤੁਹਾਨੂੰ ਉਸ ਸ਼ਖਸੀਅਤ ਨਾਲ ਮਨਾਵਾਂਗੇ ਕਿ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਬੁਲੰਦੀਆਂ ਨੂੰ ਛੂਹਿਆ ਹੈ। ਔਰ ਇਹ ਇੱਕ ਫਰੀ ਰੈਸਲਰ ਵੀ ਅਸੀਂ ਕਹਿ ਸਕਦੇ ਹਾਂ ਕਿ ਫਰੀ ਰੈਸਲਰ ਦੇ ਤੌਰ 'ਤੇ ਵੀ ਇਹਨਾਂ ਨੇ ਜਿਹੜੇ ਹੈਗਾ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਬੁਲੰਦੀਆਂ ਨੂੰ ਛੂਹਿਆ। ਉਹਦੇ ਨਾਲ ਨਾਲ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪੰਜਾਬੀ, ਹਿੰਦੀ ਫਿਲਮਾਂ ਦੇ ਵਿੱਚ ਵੀ ਬਹੁਤ ਵਧੀਆ ਆਪਣੇ ਜਿਹੜੇ ਕਿਰਦਾਰ ਨੇ ਨਿਭਾਏ ਨੇ। ਅਤੇ ਅੱਜ ਆਪਾਂ ਉਹਨਾਂ ਦੇ ਨਾਲ ਗੱਲ ਕਰਨ ਵਾਸਤੇ ਆਏ ਹਾਂ। ਉਹ ਮੈਂ ਤੁਹਾਨੂੰ ਉਹਨਾਂ ਦਾ ਨਾਮ ਵੀ ਦੱਸ ਦੇਣਾ ਕਿ ਫਿਲਮੀ ਲਾਈਨ ਦੇ ਵਿੱਚ ਉਹਨਾਂ ਦਾ ਜਿਹੜਾ ਨਾਮ ਹੈ ਉਹ ਜੱਜੀ ਲੌਰੀਆ ਹੈ। ਔਰ ਜੱਜੀ ਲੌਰੀਆ ਤੋਂ ਕਿਸ ਤਰ੍ਹਾਂ ਇਹ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਸੱਜੇ ਨੇ, ਆਓ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਜੀਵਨ ਜੀ, ਸਭ ਤੋਂ ਪਹਿਲੇ ਤਾਂ ਤੁਸੀਂ ਇਹ ਦੱਸੋ ਕਿ ਜੱਜੀ ਲੌਰੀਆ ਵਾਲਾ ਸਫ਼ਰ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਸੀ ਤੁਹਾਡਾ, ਔਰ ਕਿਸ ਤਰ੍ਹਾਂ ਇੱਕਦਮ ਪਰਿਵਰਤਨ ਆ ਗਿਆ? ਜਿਹੜਾ ਮੇਰੀ ਜ਼ਿੰਦਗੀ ਹੈ ਉਹ ਜੈਜੀ ਲਾਹੌਰੀਆ ਤੋਂ ਜਗਜੀਵਨ ਸਿੰਘ ਨਿਹੰਗ ਸਿੰਘ ਦੇ ਵਿੱਚ ਰੂਪ ਵਿੱਚ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਮੈਨੂੰ ਪਰਿਵਰਤਨ ਕੀਤਾ, ਇਹ ਤਾਂ ਸਾਰੀ ਉਹਦੀ ਖੇਡ ਹੈ। ਅਤੇ ਚਲੋ ਮੈਂ ਆਪ ਜੀ ਨੂੰ ਇਹਦੇ ਬਾਰੇ ਦੱਸ ਦਿੰਦੇ ਹਾਂ। ਮੇਰਾ ਜਨਮ ਜੰਡਿਆਲਾ ਗੁਰੂ ਵਿੱਚ ਇੱਥੇ ਹੀ ਹੋਇਆ ਸੀ। ਮੈਂ ਮੁੱਢਲੀ ਵਿੱਦਿਆ ਇੱਥੇ ਜੰਡਿਆਲਾ ਗੁਰੂ ਤੋਂ, ਫਿਰ ਅੰਮ੍ਰਿਤਸਰ ਇੱਥੇ ਸਟੱਡੀ ਕਰਦੇ ਰਹੇ। ਉਸ ਤੋਂ ਬਾਅਦ ਮੈਂ ਪੰਜਾਬ ਪੁਲਿਸ ਵਿੱਚ ਵੀ ਜੋਬ ਕੀਤੀ, ਐਜ਼ ਕਮਾਂਡੋ ਇੰਸਟਰਕਟਰ ਵੀ ਮੈਂ ਰਿਹਾ ਜੀ। ਬਹਾਦਰਗੜ੍ਹ ਕਿਲ੍ਹਾ ਜਦੋਂ 89 ਦੇ ਵਿੱਚ ਕਿਲ੍ਹਾ ਇਹ ਖੁੱਲ੍ਹਿਆ ਸੀਗਾ ਪੰਜਾਬ ਦੇ ਵਿੱਚ, ਕਮਾਂਡੋ ਸ਼ੁਰੂ ਹੋਈ ਆ, ਅਸੀਂ ਪਹਿਲੇ ਇੰਸਟਰਕਟਰ ਸੀ ਉਸ ਟਾਈਮ ਜਦੋਂ ਸਾਨੂੰ ਗੁਰੂ ਪਾਤਸ਼ਾਹ ਨੇ ਉੱਥੇ ਜੋਬ ਕਰਨ ਦਾ ਮੌਕਾ ਦਿੱਤਾ। ਉੱਥੋਂ ਵਾਪਸ ਜ਼ਿਲ੍ਹਾ ਜਲੰਧਰ ਵਿੱਚ ਆ ਕੇ ਫਿਰ ਅੰਮ੍ਰਿਤਸਰ ਜਿਸ ਤਰ੍ਹਾਂ ਇੱਕ ਬਹਾਨਾ ਬਣਾਉਂਦਾ ਨਾ ਪ੍ਰਮਾਤਮਾ ਕਿ ਮੈਂ ਮਿਊਚੁਅਲ ਬਦਲੀ ਕਰਾ ਕੇ ਜਲੰਧਰ ਤੋਂ ਅੰਮ੍ਰਿਤਸਰ ਆ ਗਿਆ। ਇੱਥੇ ਆਣ ਕੇ ਅਤੇ ਮੈਂ ਉਸ ਟਾਈਮ ਸਦਰ ਕੈਂਟ ਚੌਂਕੀ ਮੇਰੀ ਜੋਬ ਸੀ, ਜਦੋਂ ਅਮਰਪਾਲ ਜੀ ਮਿਊਜ਼ਿਕ ਡਾਇਰੈਕਟਰ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਵਿਲਨ ਚਾਹੀਦਾ ਹੈ ਅਤੇ ਤੁਹਾਡੀ ਬਿਲਕੁਲ ਜਿਹੜਾ ਵਾ ਸ਼ਕਲ
ਉਸ ਸਾਡੇ ਕਿਰਦਾਰ ਨਾਲ ਮੈਚ ਕਰਦੀ ਆ ਕਿ ਤੁਸੀਂ। ਤੇ ਮੈਂ ਕਿਹਾ ਜੀ ਬਿਲਕੁਲ, ਆਪਾਂ ਜਿਸ ਤਰ੍ਹਾਂ ਥੀਏਟਰ ਦੇ ਨਾਲ ਰਿਲੇਟਡ ਰਹੇ ਹਾਂ, ਕੁਲਦੀਪ ਬਲ ਜੀ ਆਪਣੇ ਥੀਏਟਰ ਦੇ ਬਹੁਤ ਵਧੀਆ ਆਰਟਿਸਟ ਨੇ, ਮੈਂ ਉਹਨਾਂ ਨਾਲ ਅਸੀਂ ਕਾਫੀ ਪਲੇਅ ਵੀ ਕੀਤੇ ਨੇ, ਤੇ ਮੈਂ ਉਹਨਾਂ ਨਾਲ ਹਾਂ ਕਰ ਦਿੱਤੀ। ਉਸ ਟਾਈਮ ਐਕਚੁਅਲੀ ਮੈਂ ਦਾੜੀ ਕਟਵੀਂ ਰੱਖੀ ਸੀਗੀ, ਸਿਰ ਉੱਤੇ ਮੇਰੇ ਵਾਲ ਥੋੜ੍ਹੇ ਬਹੁਤੇ ਹੈ ਸੀ, ਜਿਸ ਤਰ੍ਹਾਂ ਸੈਂਟਰ ਦੇ ਵਿੱਚ ਤੇ ਮੇਰੇ ਕੇਸ ਪਹਿਲੋਂ ਨਹੀਂ ਸੀ। ਮੈਂ ਉਹ ਵੀ ਬਿਲਕੁਲ ਸਿਰ ਤੋਂ ਸ਼ੇਵ ਕਰਾ ਕੇ ਬਾਊਲਡ ਹੋ ਗਿਆ। ਤੇ ਅਸੀਂ ਜਿਹੜਾ ਸੀਗਾ ਉਹ ਪਹਿਲਾ ਸੌਂਗ ਕੀਤਾ ਸੀ ਸੋਨੂ ਸਿੰਘ ਸਿੰਗਰ ਦਾ, ਲਾਲਾ ਲਾ ਹੋ ਜੂ ਮਿੱਤਰਾ ਮਾਰਨਾ ਗਲੀ ਦੇ ਵਿੱਚ ਗੇੜੇ। ਤੇ ਉੱਥੋਂ ਮੇਰੀ ਸ਼ੁਰੂਆਤ ਐਸੀ ਹੋਈ। ਫਿਰ ਉਸ ਤੋਂ ਬਾਅਦ ਚੱਲ ਸੋ ਚੱਲ, ਚੱਲ ਸੋ ਚੱਲ, ਫਿਰ ਪੰਜਾਬੀ ਸੌਂਗ ਕਾਫੀ ਜਿਹੜੇ ਸੀ ਹੇਠ ਉੱਤੇ ਕਰਦੇ ਰਹੇ। ਤੇ ਬਾਕੀ ਜ਼ਿੰਦਗੀ ਦੇ ਤੁਹਾਨੂੰ ਕੀ ਦੱਸੀਏ ਰੰਗ ਤਮਾਸ਼ੇ ਆਪਾਂ, ਤੇ ਜਿਸ ਤਰ੍ਹਾਂ ਪਰਮਾਤਮਾ ਕਠਪੁਤਲੀਆਂ ਆਪਾਂ ਉਹ ਨਚਾਈ ਜਾਂਦਾ ਤੇ ਆਪਾਂ ਨੱਚੀ ਜਾਂਦੇ ਹਾਂ ਜੀ। ਸਿੰਘ ਸਾਹਿਬ, ਜਿਹੜਾ ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਹਰ ਇੱਕ ਦੀ ਕੋਈ ਇਸ ਤਰ੍ਹਾਂ ਦਾ ਵਿਸ਼ਾ ਬਣ ਜਾਂਦਾ, ਇਸ ਤਰ੍ਹਾਂ ਦੀ ਇੱਕ ਚਾਹਤ ਹੁੰਦੀ ਆ ਕਿ ਮੈਂ ਲੋਕਾਂ ਦੇ ਵਿੱਚ ਇਸ ਤਰੀਕੇ ਨਾਲ ਵਿਚਰਾਂ ਕਿ ਲੋਕ ਮੈਨੂੰ ਜਾਣਨ। ਔਰ ਕਿਸ ਤਰ੍ਹਾਂ ਤੁਹਾਡਾ ਖਾਸ ਕਰਕੇ ਅਗਰ ਮੁੰਬਈ ਮਾਇਆ ਨਗਰੀ ਦਾ ਸਫ਼ਰ ਜਿਹੜਾ ਸੀ ਉਹ ਕਦੋਂ ਸ਼ੁਰੂ ਹੋਇਆ ਤੇ ਕਿਸ ਤਰ੍ਹਾਂ ਦਾ ਰਿਹਾ, ਔਰ ਕੀ ਕੁਝ ਕੀਤਾ ਤੁਸੀਂ ਉੱਥੇ? ਉਸ ਸਮੇਂ ਦਰਮਿਆਨ ਹੀ ਜਦੋਂ ਮੈਂ ਜ਼ਿਆਦਾ ਪੰਜਾਬੀ ਸੌਂਗ ਕਰਦੇ ਸੀ, ਉਸ ਟਾਈਮ ਬਹੁਤ ਰੁਝਾਨ ਸੀਗਾ ਪੰਜਾਬ ਦੇ ਵਿੱਚ ਇਹਨਾਂ ਵੀਡੀਓਜ਼ ਦਾ। ਅਤੇ ਕਰਦੇ ਕਰਦੇ ਮੇਰੀ ਪਹਿਲੀ ਮੂਵੀ ਆਈ ਸੀ ਵਾਘਾ। ਅਸ਼ੋਕ ਗੁਪਤਾ ਜੀ ਉਹਦੇ ਡਾਇਰੈਕਟਰ ਸੀ। ਅਤੇ ਜਦੋਂ ਮੈਂ ਉਸ ਮੂਵੀ 'ਚ ਕਰੈਕਟਰ ਬੇਸ਼ੱਕ ਮੇਰਾ ਬਹੁਤ ਜ਼ਿਆਦਾ ਵੱਡਾ ਨਹੀਂ ਸੀ, ਪਰ ਉਸ ਨੇ ਮੈਨੂੰ ਕਾਫੀ ਹੱਦ ਤੱਕ ਜਿਸ ਤਰ੍ਹਾਂ ਕਹਿ ਦਿਓ ਕਿ ਮੇਰਾ ਹੱਥ ਫੜਾ ਦਿੱਤਾ ਸੀ। ਬੋਂਬੇ 'ਚ ਰਹਿੰਦੇ ਕਈ ਦੋਸਤਾਂ ਦੇ ਨਾਲ, ਉਹਨਾਂ ਦੇ ਹੱਥ ਵਿੱਚ ਕਿ ਲੈ ਵੀ ਜੈਜ਼ੀ ਤੂੰ ਇਹਨਾਂ ਦੇ ਆਸਰੇ ਕੁਛ ਨਾ ਕੁਛ ਕਰ ਸਕਦਾ, ਪਰ ਕਰਨਾ ਪਰਮਾਤਮਾ ਨੇ ਹੁੰਦਾ ਵਾ, ਇੱਕ ਜ਼ਰੀਆ ਬਹਾਨਾ ਬਣਦਾ। ਉਹੀ ਪਹਿਲੋਂ ਫਸਟ ਟਾਈਮ ਮੈਨੂੰ ਇੰਗਲੈਂਡ ਲੈ ਕੇ ਗਏ ਸੀ, ਮੂਵੀ ਦਾ ਪ੍ਰੀਮੀਅਰ ਸੀ। ਅਸੀਂ ਫਿਰ ਫਸਟ ਟਾਈਮ ਜਦੋਂ ਇੰਗਲੈਂਡ ਗਏ, ਮੇਰਾ ਪਹਿਲਾ ਵੀਜ਼ਾ ਵੀ ਬੰਬੇ ਤੋਂ ਹੀ ਲੱਗਾ ਸੀ। ਅਤੇ ਉਸ ਤੋਂ ਬਾਅਦ ਹੌਲੀ ਹੌਲੀ ਚੱਲਦੇ ਫਿਰ ਮੈਂ ਭੋਜਪੁਰੀ ਫਿਲਮਾਂ, ਹਰਿਆਣਵੀ ਮੂਵੀ ਸੀ ਉਹ ਵੀ ਇੱਕ ਕੀਤੀ, ਹਿੰਦੀ ਵੀ ਕੀਤੀਆਂ, ਪੰਜਾਬੀ ਮੂਵੀਜ਼ ਵੀ ਕੀਤੀਆਂ, ਅਤੇ ਕੁਝ ਮੈਂ ਸੀਰੀਅਲ ਵੀ ਕੀਤੇ ਸੀਗੇ। ਜਿਹੜਾ DD1 'ਤੇ ਇੱਕ ਨੂਰੀ ਸੀਰੀਅਲ ਕਾਫੀ ਮਸ਼ਹੂਰ ਹੋਇਆ ਸੀਗਾ, ਉਹਦੇ 'ਚ ਲਾਮੇ ਦਾ ਕਰੈਕਟਰ ਸੀ ਜੀ ਮੈਂ ਕੀਤਾ, ਅਤੇ ਜੋ ਬਹੁਤ ਸਰਾਹਿਆ ਗਿਆ ਸੀਗਾ ਮੈਨੂੰ ਕਾਫੀ। ਉਹ ਦਿੱਲੀ ਸਾਈਡ ਤੋਂ ਜਿਸ ਤਰ੍ਹਾਂ ਕਹਿੰਦੇ ਨਾ ਕਿ ਹਿੰਦੀ ਬੋਲਦੇ ਇਲਾਕੇ ਇਹਨਾਂ ਦੇ ਪੰਜਾਬੀ ਨੂੰ ਜ਼ਿਆਦਾ ਪੰਜਾਬੀ ਪਿਆਰ ਕਰਦੇ ਆ, ਵੀ ਬੋਲੀ ਜੀ ਆਪਣੀ ਪੰਜਾਬੀ ਹੁੰਦੀ ਆ। ਅਤੇ ਉਹ ਨੂਰੀ ਸੀਰੀਅਲ ਕਰਕੇ ਮੈਨੂੰ ਕਾਫੀ ਕਾਲਸ ਉਦੋਂ ਵੀ ਆਉਂਦੀਆਂ ਰਹੀਆਂ ਸੀ ਕਿ ਸਾਨੂੰ ਤੁਹਾਡਾ ਇਹ ਜਿਹੜਾ ਸੀਗਾ ਇਹ ਕਰੈਕਟਰ ਵਧੀਆ ਲੱਗਾ, ਕਿਉਂਕਿ ਮੈਂ ਜ਼ਿਆਦਾ ਕਰਦਾ ਸੀਗਾ ਵਿਲਨ ਕਰੈਕਟਰ ਜ਼ਿਆਦਾ। ਉਹਦੇ ਵਿੱਚ ਮੇਰਾ ਇੱਕ ਪੋਜ਼ੀਟਿਵ ਕਰੈਕਟਰ ਵੇਖ ਕੇ ਨਾ ਮੈਂ ਟੋਟਲੀ ਜਿਸ ਤਰ੍ਹਾਂ ਕਹਿ ਦਿਓ ਲੋਕੀ ਮੇਰੀ ਚੇਂਜ ਸੀਗੀ, ਅਤੇ ਧਾਰਮਿਕ ਜਿਹਾ ਰੂਪ ਦੇ ਕੇ ਮੈਂ ਉਹਦੇ 'ਚ ਕੰਮ ਕਰਾਇਆ ਸੀ ਮੈਨੂੰ ਡਾਇਰੈਕਟਰ ਸਾਹਿਬ ਨੇ, ਅਤੇ ਉਹ ਵੀ ਕਾਫੀ ਸਰਾਹਿਆ ਗਿਆ। ਫਿਰ ਹੌਲੀ ਹੌਲੀ ਇਸ ਤਰ੍ਹਾਂ ਚੱਲਦੇ ਚੱਲਦੇ ਪਰਮਾਤਮਾ ਜਿਸ ਤਰ੍ਹਾਂ ਕਹਿੰਦੇ ਨਾ ਕਿ ਉਹਨੇ ਤੁਹਾਡੇ ਜੋ ਭਾਗਾਂ ਵਿੱਚ ਲਿਖਿਆ ਵਾ ਉਹ ਤੁਹਾਨੂੰ ਵੀ ਪਤਾ ਨਹੀਂ ਲੱਗਣਾ। ਅਸੀਂ ਚੰਡੀਗੜ੍ਹ, ਮੈਂ ਅਤੇ ਮੇਰੇ ਦੋਸਤ ਅਸੀਂ 5-4 ਰਹਿੰਦੇ ਹੁੰਦੇ ਸੀ, ਅਤੇ ਇੱਕ ਦਿਨ ਰੂਮ ਦੇ ਵਿੱਚ ਐਕਚੁਅਲੀ ਮੇਰੀ ਏਜ ਇਹਨਾਂ ਨਾਲੋਂ ਕੋਈ ਜ਼ਿਆਦਾ ਸੀ ਮੁੰਡਿਆਂ ਨਾਲੋਂ, ਪਰ ਮੈਂ ਫਿੱਟ ਬੜਾ ਸੀ। ਇਹਨਾਂ ਨੂੰ ਮੈਂ ਢਾਹ ਵੀ ਲੈਣਾ, ਕਈ ਵਾਰੀ ਪੰਗੇ ਲੈਣੇ ਆਪ ਦੋਸਤਾਂ ਮਿੱਤਰਾਂ ਨਾਲ, ਉਹਨਾਂ ਜਾਣ ਕੇ ਮਜ਼ਾਕ ਨਾ ਅਰੇ ਬੂੜੇ ਤੋਂ ਮੈਂ ਕਹਿਣਾ ਬੂੜਾ ਹੋ ਗਿਆ ਤੇਰਾ ਬਾਪ। ਉਹ ਇਸ ਤਰ੍ਹਾਂ ਮਜ਼ਾਕ ਕਰਦੇ ਕਰਦੇ ਇੱਕ ਦਿਨ ਸਡਨਲੀ ਕੀ ਹੋਇਆ ਕਿ ਅਸੀਂ ਗੱਦੇ ਵਿਛਾ ਕੇ ਅਤੇ ਅਸੀਂ ਡਾਈ ਜਿਸ ਤਰ੍ਹਾਂ ਡਾਈ ਰੂਲ ਮਾਰਦੇ ਆ ਨਾ, ਅਤੇ ਮੈਂ ਉਹ ਮਨ ਦੇ ਵਿੱਚ ਐਵੇਂ ਕਮਾਂਡੋ ਵਾਲੀਆਂ ਖੇਡਾਂ ਆ ਗਈਆਂ, ਮੈਂ ਪੰਗੇ ਲੈਣੇ ਸ਼ੁਰੂ ਕਰ ਦਿੱਤੇ। ਮੈਨੂੰ ਇਹ ਨਹੀਂ ਸੀ ਪਤਾ ਕਿ ਪਰਮਾਤਮਾ ਕਰਾ ਰਿਹਾ ਮੇਰੇ ਕੋਲੋਂ। ਥੋੜ੍ਹੇ ਦਿਨਾਂ ਬਾਅਦ ਹੀ ਚੰਡੀਗੜ੍ਹ ਦੇ ਵਿੱਚ ਆਡੀਸ਼ਨ ਆਇਆ ਕਿ ਰੈਸਲਿੰਗ ਵਾਸਤੇ ਉਹ ਬੰਦੇ ਲੱਭਣ ਆਏ ਨੇ। ਮਹਾਬਲੀ ਸ਼ੇਰਾ ਜੋ ਹੁਣ ਅੱਜ ਕੱਲ੍ਹ TNA ਵਿੱਚ ਰੈਸਲਿੰਗ ਕਰ ਰਿਹਾ, ਅਮਨ ਰੰਧਾਵਾ ਮੇਰਾ ਬਹੁਤ ਦੋਸਤ, ਇਹਨਾਂ ਦਾ ਚੰਡੀਗੜ੍ਹ ਦੇ ਵਿੱਚ ਆਪਣਾ ਜਿਮ ਵੀ ਆ। ਮੈਨੂੰ ਕਹਿੰਦਾ ਉਹ ਭਾਜੀ ਚੱਲੀਏ। ਮੈਂ ਕਿਹਾ ਯਾਰ ਮੈਂ ਤਾਂ ਆਰਟਿਸਟ ਹਾਂ, ਮੈਂ ਕੀ ਕਰਨਾ। ਕਹਿੰਦਾ ਉਹ ਭਾਜੀ ਚਲੋ। ਮੇਰੇ ਮਨ 'ਚ ਆਇਆ ਕਿ ਚਲੋ ਆਪਾਂ ਦੇਖੀਏ ਮੇਰੇ 'ਚ ਪਾਵਰ ਕਿੰਨੀ ਕਾ। ਮੈਂ ਆਪਣੀ ਨਾ ਬਸ ਪਾਵਰ ਚੈੱਕ ਕਰਨ ਦੇ ਮੂਡ ਦੇ ਵਿੱਚ ਹੀ ਜਾ ਵੜਿਆ ਉੱਥੇ ਜਾ ਕੇ ਗੁਰੂ ਪਾਤਸ਼ਾਹ ਨੇ ਐਸਾ ਚੋਜਰ 'ਚ ਆਇਆ ਕਿ ਮੈਂ ਉਹਨਾਂ ਦੀਆਂ ਜਿਹੜੀਆਂ ਕੰਡੀਸ਼ਨ ਸਾਰੀਆਂ ਸੀਗੀਆਂ ਉਹ ਕਲੀਅਰ ਕੀਤੀਆਂ। ਅਤੇ ਅਸੀਂ ਉਸ ਤੋਂ ਬਾਅਦ ਮੈਨੂੰ ਯਾਦ ਹੈ ਮੇਰੇ ਦੋਸਤ ਸੰਧੂ ਸਾਹਿਬ ਸੀ, ਉਹਨਾਂ ਨੇ ਸ਼ੂਟ ਕਰਨ ਅਸੀਂ ਗਏ ਸੀ ਮਨਾਲੀ। ਅਸੀਂ ਮਨਾਲੀ ਤੋਂ ਵਾਪਸ ਆ ਰਹੇ ਸੀਗੇ ਅਤੇ ਮੈਨੂੰ ਕਾਲ ਆ ਗਈ ਕਿ ਜੈਜ਼ੀ ਜੀ आप दिल्ली आओ, ईगल स्टूडियो, जो आपने वो अपना ऑडिशन दिया था ना जो फिज़िकली, तो उसके लिए आप यहाँ सेलेक्ट हो, तो आप आ गए आओ, आपको हम
ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਹੀਂ ਆ ਸਕਦਾ, ਮੈਂ ਤਾਂ ਆਰਟਿਸਟ ਹਾਂ, ਮੈਂ ਤਾਂ ਵੈਸੇ ਪੰਗਾ ਲੈਣ ਗਿਆ ਸੀ। ਉਹਨਾਂ ਕਿਹਾ ਜ਼ਰੂਰ ਆਓ। ਖੈਰ ਮੈਂ ਉੱਥੇ ਗਿਆ। ਉੱਥੇ ਜਾ ਕੇ ਜਿਸ ਟਾਈਮ ਮੈਂ ਦੇਖਿਆ ਪੂਰੇ ਨਾਰਥ ਇੰਡੀਆ ਵਿੱਚੋਂ ਬਹੁਤ ਤਗੜੇ ਤਗੜੇ ਰੈਸਲਰ ਸਾਰੇ ਆਏ ਸੀਗੇ ਜਿਹੜੇ ਆਡੀਸ਼ਨ ਦੇਣ ਵਾਸਤੇ। ਮੇਰਾ ਦੋਸਤ ਸੀ ਜਿਹਦੇ ਕੋਲ ਰਾਤ ਰਿਹਾ ਮੈਂ, ਉਹ ਵੀ ਬੇਸਿਕਲੀ ਜੰਡਿਆਲਾ ਗੁਰੂ ਤੋਂ ਹੀ ਆ, ਰਹਿੰਦਾ ਅੱਜ ਕੱਲ੍ਹ ਨੋਇਡਾ ਵਾ। ਉਹ ਜਾ ਕੇ ਨਾ ਮਜ਼ਾਕ ਦੇ ਨਾਲ ਮੈਨੂੰ ਕਹਿੰਦਾ ਤੂੰ ਆਪਣੀ ਵੇਖ ਉਮਰ ਵੇਖ ਆਵੇ ਕਿੱਡੇ ਕਿੱਡੇ ਤਗੜੇ, ਤੈਨੂੰ ਵੀ ਕਿੱਦਾਂ, ਤੂੰ ਕਿੱਥੇ ਆ ਗਿਆ ਪੰਗਾ ਲੈਣ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਰਜਨੀਸ਼ ਦੇਖੀ ਬਣਦਾ ਕੀ ਆ। ਉਹ ਪਰਮਾਤਮਾ ਨੇ ਉੱਥੇ ਵੀ ਮੇਰੀ ਬਾਂਹ ਫੜੀ। ਜੋ ਮੈਂ ਡਾਈਵ ਵਗੈਰਾ ਉੱਥੇ ਪ੍ਰੈਕਟਿਸ ਵੈਸੇ ਹੀ ਕਰ ਰਿਹਾ ਸੀ ਪੰਗੇ ਨਾਲ, ਉਹਨਾਂ ਨੇ ਉੱਥੇ ਉਹੀ ਦੇਖ ਕੇ ਅਤੇ ਚੈੱਕ ਕੀਤਾ ਵੀ ਇੱਕ ਇਹਨਾਂ ਦੇ ਵਿੱਚ ਫਲੈਕਸੀਬਿਲਿਟੀ ਕਿੰਨੀ ਕੁ ਆ, ਜਾਂ ਹੋਰ ਬਾਕੀ ਪਾਵਰ ਦੀ ਉਹਨਾਂ ਨੇ ਜੋ ਟੈਸਟ ਕਰਕੇ। ਅਤੇ ਗੁਰੂ ਪਾਤਸ਼ਾਹ ਨੇ ਉੱਥੋਂ ਸਿਲੈਕਸ਼ਨ ਫਿਰ ਹੋਈ ਆ। ਫਿਰ ਸਾਨੂੰ ਬੰਬੇ ਚਲ ਗਏ ਆ, ਉੱਥੇ ਬੁਲਾ ਲਿਆ ਸਾਨੂੰ। ਉੱਥੇ ਜਾ ਕੇ ਫਿਰ ਸਿਲੈਕਸ਼ਨ ਹੋਈ। ਅਸੀਂ ਫਿਰ ਕੋਈ ਥੋੜ੍ਹੇ ਹੀ ਬੰਦੇ ਰਹਿ ਗਏ ਸੀਗੇ, 12-14 ਹੀ ਜਿਹੜੇ ਅਸੀਂ ਸਿਲੈਕਟ ਹੋਏ ਸੀਗੇ ਪੂਰੇ ਇੰਡੀਆ ਵਿੱਚੋਂ। ਕੁਝ ਹੋਰ ਵੀ ਸੀਗੇ, ਉਹ ਭੱਜ ਗਏ ਸੀ ਵਾਪਸ। ਜਦੋਂ ਉਹਨਾਂ ਨੇ ਕਿਹਾ ਨਾ ਕਿ ਅਸੀਂ ਤੁਹਾਡਾ ਇਹ ਬਹੁਤ ਟਫ ਹੈ, ਇਹਦੇ ਵਿੱਚ ਕੈਜੂਅਲਟੀ ਹੋ ਸਕਦੀ ਆ, ਕੋਈ ਲੱਤ ਬਾਂਹ ਟੁੱਟ ਜੇ, ਕੋਈ ਰਿਸਪੋਂਸੀਬਿਲਿਟੀ ਨਹੀਂ ਕਿਸੇ ਦੀ, ਤਾਂ ਲਿਖ ਕੇ ਦੇਣਾ ਪਏਗਾ, ਸਾਰਾ ਕੁਝ ਤੁਹਾਡੇ 'ਤੇ ਹੋਏਗਾ ਸਾਰਾ ਕੁਝ। ਅਤੇ ਉਹਨਾਂ ਨੇ ਜਦੋਂ ਪ੍ਰੈਕਟਿਸ ਸ਼ੁਰੂ ਕਰਾਈ ਬਹੁਤ ਹਾਰਡ। ਭਾਅ ਜੀ ਤੁਹਾਨੂੰ ਕੀ ਦੱਸੀਏ, ਰਾਤ ਕਈ ਵਾਰੀ ਸੁੱਤਿਆਂ ਨਾ ਜਦੋਂ ਨਾਲ ਦੇ ਨਾਲ ਦੇਖਣਾ, ਅਤੇ ਉਹ ਵੀ ਉਹਦੀਆਂ ਅੱਖਾਂ 'ਚ ਵੀ ਪਾਣੀ ਹੁੰਦਾ ਸੀਗਾ। ਅਤੇ ਅਸੀਂ ਤਾਂ ਚੁੱਪ ਕਰਕੇ ਚਲੋ ਇੱਕ ਦੂਜੇ ਤੋਂ ਚੋਰੀ ਅੱਖਾਂ ਸਾਫ਼ ਕਰ ਲਈਦੀਆਂ ਸੀਗੀ ਵੀ ਇੰਨੀ ਕੁ ਪੇਨ ਹੁੰਦੀ ਸੀ ਬੋਡੀ ਵਿੱਚ। ਸਾਡੇ ਇੰਸਟ੍ਰਕਟਰ ਸੀਗੇ ਸੈਵੀਓ ਵੈਗਾ ਸਰ, ਉਹਨਾਂ ਨੇ ਇਹੀ ਗੱਲ ਕਹਿਣੀ, ਨੋ ਪੇਨ ਨੋ ਗੇਨ। ਅਤੇ ਉੱਥੋਂ ਬਸ ਜਿਸ ਤਰ੍ਹਾਂ ਪਰਮਾਤਮਾ ਨੇ ਇੱਕ ਚੇਂਜ ਕਰਤਾ। ਮੈਂ ਕਾਫੀ ਏਜ ਹੋਣ ਦੇ ਬਾਵਜੂਦ ਵੀ ਪਰਮਾਤਮਾ ਫਿਰ ਫਰੀ ਸਟਾਈਲ, ਇਹ ਪ੍ਰੋਫੈਸ਼ਨਲ ਰੈਸਲਿੰਗ ਹੁੰਦੀ ਹੈ ਜੀ, ਫਰੀ ਸਟਾਈਲ ਰੈਸਲਿੰਗ ਜਿਹੜੀ ਆਪਾਂ ਕਲਰਸ ਦੇ ਰਿੰਗ ਕਾ ਕਿੰਗ ਆਈ ਸੀ, ਉਹਦਾ ਮੇਨ ਕਮਿਸ਼ਨਰ ਜਿਹੜਾ ਸੀਗਾ ਗੁਰੂ ਪਾਤਸ਼ਾਹ ਨੇ ਦਾਸ ਨੂੰ ਮੌਕਾ ਬਖਸ਼ਿਆ ਸੀਗਾ, ਜੋ ਜੈਜ਼ੀ ਲਾਹੌਰੀਆ, ਜੋ ਆਪ ਜੀ ਗੂਗਲ 'ਤੇ ਹਜੇ ਵੀ ਸਾਰੀ ਹੈਗੀ ਹੈ ਰੈਸਲਿੰਗ, ਉਹ ਤੁਸੀਂ ਦੇਖ ਸਕਦੇ ਜੇ। ਉੱਥੋਂ ਫਿਰ ਉਹ ਸ਼ੋਅ ਹੋਣ ਤੋਂ ਬਾਅਦ ਫਿਰ ਮੈਨੂੰ ਕਾਫੀ ਹੋਰ ਕਾਲਸ ਆਈਆਂ। ਮੈਂ ਫਿਰ ਕਈ ਮੂਵੀਜ਼ ਕੀਤੀਆਂ। ਫਿਰ ਜ਼ਿਆਦਾ ਬੰਬਈ ਸੀਗੇ ਉੱਥੇ, ਜਿਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਫੋਰਨ ਵੀ ਬੜਾ ਘੁਮਾਇਆ ਜੀ, ਜਿਸ ਤਰ੍ਹਾਂ ਇੰਗਲੈਂਡ, ਅਮਰੀਕਾ, ਕੈਨੇਡਾ, ਸਾਰਾ ਜਿੱਥੇ ਜਿੱਥੇ। ਕਿਉਂਕਿ ਤੁਹਾਡੇ ਹੱਥ ਕੁਛ ਨਹੀਂ ਹੈ, ਜੋ ਪਰਮਾਤਮਾ ਕਰਦਾ। ਜਦੋਂ ਅਸੀਂ ਪੁਲਿਸ ਵਿੱਚ ਹੁੰਦੇ ਸੀ ਅਤੇ ਉਦੋਂ ਸੋਚਣਾ ਕਿ ਕਦੀ ਅਸੀਂ ਦਿੱਲੀੋਂ ਅੱਗੇ ਜਾਵਾਂਗੇ ਪੰਜਾਬ 'ਚ। ਜਿੱਦਾਂ ਹੁੰਦਾ ਨਾ ਕਿ ਜਿਸ ਏਰੀਏ 'ਚ ਤੁਸੀਂ ਕੰਮ ਕਰਦੇ ਜੇ, ਤੁਸੀਂ ਉੱਥੋਂ ਦੇ ਬਾਦਸ਼ਾਹ ਹੁੰਦੇ ਜੇ। ਹਾਂਜੀ ਮੈਂ ਕੰਮ ਕਰਦਾ, ਸੈਟੀਸਫੈਕਸ਼ਨ ਇਟਸ ਓਕੇ। ਇਹ ਪਤਾ ਹੈ ਕਿ ਇੱਕ ਮੁਲਾਜ਼ਮ ਆਦਮੀ ਆ, ਉਹ ਜਿੱਥੇ ਉਹਦੀ ਜੋਬ ਹਾਊਸ ਤੋਂ ਬਾਹਰ ਕਿੱਥੇ ਜਾਏਗਾ, ਅਤੇ ਰਿਟਾਇਰਮੈਂਟ ਤੋਂ ਬਾਅਦ ਹੀ ਹੁੰਦਾ ਨਾ। ਪਰ ਇਹ ਸੋਚਿਆ ਨਹੀਂ ਸੀਗਾ ਕਿ ਗੁਰੂ ਪਾਤਸ਼ਾਹ ਜੋ ਆ ਇੱਥੋਂ ਰਿਟਾਇਰਮੈਂਟ ਦਵਾ ਕੇ, ਮੈਂ ਫਿਰ ਪ੍ਰੀਮੈਚਿਓਰ ਲੈ ਲਈ ਸੀ ਰਿਟਾਇਰਮੈਂਟ ਜੀ 2007 ਵਿੱਚ। ਅਤੇ ਉਸ ਤੋਂ ਬਾਅਦ ਫਿਰ ਮੈਂ ਖੁੱਲ੍ਹ ਕੇ ਕੰਮ ਕੀਤਾ ਜੀ। ਅਤੇ ਸਾਰਾ ਗੁਰੂ ਪਾਤਸ਼ਾਹ ਨੇ ਬਹੁਤ ਜੀ ਜਿਸ ਤਰ੍ਹਾਂ ਕਢਾਇਆ, ਨਚਾਇਆ, ਸਾਰੇ ਰੰਗ ਵਿਖਾਏ। ਕਿਹੜੀਆਂ ਕਿਹੜੀਆਂ ਫਿਲਮਾਂ ਦੇ ਵਿੱਚ ਤੁਸੀਂ ਜਿਹੜਾ ਹੈਗਾ ਕੰਮ ਕੀਤਾ, ਔਰ ਕਿਸ ਤਰ੍ਹਾਂ ਦੇ ਕਰੈਕਟਰ ਜਿਹੜੇ ਹੈਗੇ ਸੀ ਉਹ ਤੁਹਾਨੂੰ ਉਹਦੇ ਵਿੱਚ ਮਿਲੇ ਆ, ਔਰ ਕੀ ਤੁਸੀਂ ਆਪਣੇ ਕਰੈਕਟਰ ਤੋਂ ਖੁਸ਼ ਸੀ? ਬਿਲਕੁਲ ਜੀ। ਕਰੈਕਟਰ ਜਦੋਂ ਇਨਸਾਨ ਆਰਟਿਸਟ ਉਹ ਆਪਣੀ ਲਾਈਫ ਨਹੀਂ ਜੀਂਦਾ, ਉਹਦਾ ਇਹੀ ਫਸਟ ਮਕਸਦ ਹੁੰਦਾ ਕਿ ਮੈਂ ਆਪਣੇ ਐਕਟਿੰਗ ਦੇ ਨਾਲ ਆਪਣੇ ਜਿਹੜੇ ਆ ਸਰੋਤੇ ਉਹਨਾਂ ਨੂੰ ਖੁਸ਼ ਕਰ ਸਕਾਂ। ਜੇ ਹੁਣ ਕਈ ਵਾਰੀ ਤਾਂ ਮੈਂ ਜ਼ਿਆਦਾ ਵਿਲਨ ਕਰੈਕਟਰ ਕਰਦਾ ਰਿਹਾ, ਕਿਉਂਕਿ ਮੇਰੇ ਚਿਹਰੇ ਦੀ ਜੋ ਸੀ ਨਾ ਬਣਤਰ ਇੱਦਾਂ ਦੀ ਸੀ। ਉਸ ਟਾਈਮ ਮੈਂ ਮੁੱਛਾਂ ਰੱਖਦਾ ਸੀ ਲੰਬੀਆਂ ਥੱਲੇ, ਅਤੇ ਸਿਰ ਤੋਂ ਬਿਲਕੁਲ ਬਾਊਲਡ ਸੀ। ਬਸ ਚਿਹਰਾ ਮੁਹਰਾ ਦੇਖ ਕੇ ਉਹ ਮੈਨੂੰ ਕਾਲ ਹੀ ਇਹਦੇ ਵਾਸਤੇ ਆਉਂਦੀ ਸੀਗੀ। ਹਾਂ, ਇੱਕ ਮੂਵੀ ਦਿੱਲੀ 1984 ਆਪਣੇ ਇੱਥੇ ਰਿਲੀਜ਼ ਨਹੀਂ ਹੋਈ, ਫੋਰਨ 'ਤੇ ਹੋ ਗਈ ਸੀ। ਉਹਦੇ ਵਿੱਚ ਮੇਰੇ 2 ਸ਼ੇਡ ਸੀ। ਉਹਦੇ ਵਿੱਚ ਇੱਕ ਮੈਂ ਇਹੀ ਕੀਤਾ ਸੀ ਕਰੈਕਟਰ, ਪਹਿਲੇ ਹਾਫ ਵਿੱਚ ਗੂਗਲ ਜੀ ਦੇ ਨਾਲ ਮੇਰੀ ਮੌਤ ਹੋ ਜਾਂਦੀ ਹੈ ਫਾਈਟ ਹੁੰਦਿਆਂ, ਬਾਬਾ ਖਾਨ ਦਾ ਕਰੈਕਟਰ ਸੀ। ਔਰ ਉਹਦੇ ਵਿੱਚ ਦੂਸਰਾ ਕਰੈਕਟਰ ਮੇਰਾ ਸੀਗਾ ਇੱਕ ਦਿੱਲੀ ਦੇ ਸਰਦਾਰ ਦਾ, ਕਿ ਜਿਹਦੀ ਫੈਮਿਲੀ ਦਿੱਲੀ ਦੇ ਵਿੱਚ ਜਿਹੜੇ 84 ਦੇ ਵਿੱਚ ਦੰਗੇ ਹੋਏ ਸੀ, ਉਹਨਾਂ 'ਚ ਪੂਰਾ ਪਰਿਵਾਰ ਮਾਰਿਆ ਜਾਂਦਾ। ਉਹਦੇ ਵਿੱਚ ਨਕਲੀ ਦਾੜੀ ਲਾ ਕੇ ਮੈਨੂੰ ਸਰਦਾਰ ਬਣਾਇਆ ਗਿਆ ਸੀ। ਮੈਂ ਤੁਹਾਨੂੰ ਪਿਕਸ ਦਿਖਾਵਾਂਗਾ, ਤੁਸੀਂ ਦਰਸ਼ਕਾਂ ਨੂੰ ਦਿਖਾ ਸਕਦੇ ਜੇ ਕਿ ਮੈਂ ਉਸ ਟਾਈਮ ਮੈਂ ਦੇਖਿਆ ਕਿ ਯਾਰ ਇਹ ਚਿੱਟੀ ਦਾੜੀ ਕਿੱਡੀ ਸੋਹਣੀ ਲੱਗਦੀ ਹੈ ਮੈਨੂੰ। ਮੈਂ ਸ਼ੂਟਿੰਗ ਸਾਡੀ ਚੱਲ ਰਹੀ ਸੀ, ਤੁਹਾਨੂੰ ਦੱਸ ਰਿਹਾ ਇਹ ਗੱਲ ਵੀ ਜਲੰਧਰ ਦੇ ਨਜ਼ਦੀਕ ਮੇਰੇ ਚਾਚਾ ਜੀ ਦੀ ਬੇਟੀ ਅਤੇ ਸਾਡਾ ਜੀਜਾ ਜੀ ਉਹ ਸਾਨੂੰ ਮਿਲਣ ਆਏ। ਉਹਨਾਂ ਮੈਨੂੰ ਸਿਆਣਿਆ ਨਹੀਂ, ਮੈਂ ਖਲੋਤਾ ਆਵਾਜ਼ਾਂ ਮਾਰ ਰਿਹਾ, ਅਤੇ ਉਹ ਭਾਅ ਜੀ ਤੁਸੀਂ ਵੀ ਇੰਨਾ ਟੋਟਲੀ ਚੇਂਜ ਹੋਣ ਤੋਂ ਬਾਅਦ
तो उदों सारे कहन, अरे जैजी जी आप तो बहुत खूबसूरत लग रहे हो, ये कितना आप पे बियर्ड जच रहा है, ये देखो आप टर्बन ऐसे। तो मैं उदों देखा भी वाकया एक सरदारी पग नाल ही हुंदी आ, पर ये नहीं सी पता कि गुरु पातशाह ने ये मुड़ के पक्का ही जिहड़ा अपना ये रूप अपने बच्चे नूं बख्श देना। किस तरह परिवर्तन आया और किस तरह जजी लौरिया तो जगजीवन सिंह बन गए? ਇਹ ਭਾਜੀ ਜਿਸ ਤਰ੍ਹਾਂ ਨਾ ਪ੍ਰਮਾਤਮਾ ਤੁਹਾਡੀ ਜ਼ਿੰਦਗੀ 'ਚ ਮੋੜ ਲਿਆਉਣਾ ਹੁੰਦਾ ਨਾ, ਉਹ ਆਪਣੇ ਆਪ ਹੀ ਜ਼ਰੀਆ ਬਹਾਨਾ ਬਣਾਉਂਦਾ। ਮੇਰੇ ਵਾਈਫ ਵੀ ਗਵਰਨਮੈਂਟ ਇੰਪਲਾਈ ਸੀ, ਆ ਦਸੰਬਰ ਵਿੱਚ ਹੀ ਪੈਨਸ਼ਨ ਲਈ ਆ ਉਹਨਾਂ ਜੋਬ ਤੋਂ। ਅਸੀਂ ਜਲੰਧਰ ਜੇ ਉਹਨਾਂ ਦੀ ਡਿਊਟੀ ਸੀ, ਉੱਥੇ ਸਡਨਲੀ ਉਹਨਾਂ ਦੇ ਸੱਟ ਲੱਗ ਗਈ ਅਤੇ ਅਸੀਂ ਇੱਥੇ ਜੰਡਿਆਲਾ ਗੁਰੂ ਆ ਗਏ ਵੀ ਉਹਨਾਂ ਕੋਲ ਉੱਠਿਆ ਬੈਠਿਆ ਨਹੀਂ ਸੀ ਜਾਂਦਾ। ਇੱਥੋਂ ਹੀ ਮੇਰੇ ਦੋਸਤ ਨੇ ਬੁੱਤਾਂ ਦੇ ਸਰਪੰਚ ਸਰਦਾਰ ਆਪਣੇ ਬਾਬਾ ਜੀ, ਉਹਨਾਂ ਦੇ ਨਾਲ ਮੇਰਾ ਨਾ ਕਾਫੀ ਕੋਈ ਨਹੀਂ ਹਾਂਜੀ ਹਾਂਜੀ ਮੈਂ ਇੱਥੇ ਨਾ ਸਾਨੂੰ ਜੰਡਿਆਲੇ ਆਉਣਾ ਪੈ ਗਿਆ ਵਾਈਫ ਦੇ ਸੱਟ ਲੱਗਣ ਕਰਕੇ। ਅਤੇ ਮੇਰੇ ਦੋਸਤ ਨੇ ਬੁੱਤਾਂ ਦੇ ਸਰਪੰਚ ਬਾਬਾ ਦਰਸ਼ਨ ਸਿੰਘ ਜੀ, ਉਹਨਾਂ ਨੇ ਮੈਨੂੰ ਕਹਿੰਦੇ ਜੀਵਨ ਸਿੰਘ ਆ ਚੱਲੀਏ ਬਾਬਾ ਜੀ ਦੇ ਸਮਾਧ ਆ, ਬਾਬਾ ਨੌਧ ਸਿੰਘ ਜੀ ਸ਼ਹੀਦ, ਇਹ ਅੰਮ੍ਰਿਤਸਰ ਤਰਨਤਾਰਨ ਰੋਡ 'ਤੇ ਜਿੱਥੇ ਹਮ ਬੱਸਾਂ ਖਲੋ ਕੇ ਉੱਥੇ ਜਾਂਦੀਆਂ ਨੇ, ਮੈਂ ਉੱਥੇ ਜਾਣਾ। ਉਹ ਐਸਾ ਪਰਮਾਤਮਾ ਨੇ ਚੋਜਰ 'ਚ ਆਇਆ ਕਿ ਮੇਰਾ ਘਰ ਮਨ ਲੱਗਣਾ ਹੀ ਨਾ। ਸਵੇਰੇ ਤਿਆਰ ਹੋਣਾ, ਘਰਦਿਆਂ ਕਹਿਣਾ ਵੀ ਤੁਸੀਂ ਚੱਲੇ ਕਿੱਥੇ, ਮੈਂ ਕਹਿਣਾ ਮੈਂ ਗੁਰੂ ਘਰ ਚੱਲਿਆ। ਥੋੜ੍ਹੇ ਦਿਨ ਇਸ ਤਰ੍ਹਾਂ ਚੱਲਿਆ ਅਤੇ ਅਸੀਂ ਚੱਲ ਗਏ ਮਾਘੀ ਮੁਕਤਸਰ ਸਾਹਿਬ ਦਰਸ਼ਨ ਕਰਨ। ਉੱਥੇ ਮਹਾਂਪੁਰਖ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ, ਬਾਬਾ ਦਰਸ਼ਨ ਸਿੰਘ ਜੀ ਜਾਣਦੇ ਸੀ ਉਹਨਾਂ ਨੂੰ, ਸਰਪੰਚ ਸਾਹਿਬ ਮੈਨੂੰ ਕਹਿੰਦੇ ਉਹਨਾਂ ਨੂੰ ਮਿਲੀਏ ਮਹਾਂਪੁਰਖਾਂ ਨੂੰ। ਜਦੋਂ ਹੀ ਗਏ ਜਾਂਦਿਆਂ ਹੀ ਮੇਰੇ ਮਸਤਕ ਵੱਲ ਵੇਖ ਕੇ ਮੈਨੂੰ ਕਹਿੰਦੇ ਮੁੜਿਆ। ਮੈਂ ਕਿਹਾ ਜੀ ਮੁੜਿਆ ਨਹੀਂ ਜਾਂਦਾ। ਮੈਨੂੰ ਫਿਰ ਕਹਿੰਦੇ ਉਹ ਕੇਸਾ ਧਾਰੀ ਹੋ ਜਾ। ਮੈਂ ਕਿਹਾ ਜੀ ਮੈਂ ਰੱਖ ਨਹੀਂ ਸਕਦਾ, ਮੇਰਾ ਕੰਮ ਇੱਦਾਂ ਦਾ, ਕਿਉਂਕਿ ਮੈਂ ਤਾਂ ਫਿਲਮਾਂ 'ਚ ਕੰਮ ਕਰਦਾ ਸੀਗਾ। ਲਾਸਟ ਤੀਜੀ ਵਾਰੀ ਤੁਰਨ ਲੱਗਿਆ ਕਹਿੰਦੇ ਵਾਪਸ ਆ ਜਾ, ਮੁੜਿਆ। ਮੈਂ ਕੁਛ ਕਿਹਾ ਨਹੀਂ, ਮੱਥਾ ਟੇਕ ਕੇ ਵਾਪਸ ਆ ਗਏ। ਮੈਨੂੰ ਸਰਪੰਚ ਸਾਹਿਬ ਕਹਿੰਦੇ ਵੀ ਜੀਵਨ ਸਿੰਘ ਇਹ ਸਾਧੂ ਕਿਸੇ ਨੂੰ ਕਹਿੰਦੇ ਨਹੀਂ ਗੇ ਕੇਸ ਰੱਖਣ ਵਾਸਤੇ ਜਾਂ ਅੰਮ੍ਰਿਤ ਛਕਣ ਵਾਸਤੇ, ਤੇਰੇ ਦੁਆਲੇ ਹੋਏ ਰਹੇ ਆ, ਗੱਲ ਕੀ ਆ? ਮੈਂ ਕਿਹਾ ਮੈਨੂੰ ਕੋਈ ਲੱਖ ਰੁਪਈਆ ਦੇਵੇ ਮੈਂ ਤਾਂ ਨਾ ਕੇਸ ਰੱਖਾਂ, ਮੇਰਾ ਨਹੀਂ, ਮੈਂ ਰੱਖ ਸਕਦਾ ਭਾਈ। ਇਹ 15 ਤਰੀਕ ਦੀ ਗੱਲ ਹੈ ਜਨਵਰੀ ਦੀ ਜੀ। 2-3 ਦਿਨ ਬਾਅਦ ਹੀ ਸਮਾਧੇ ਬਾਬਾ ਨੌਧ ਸਿੰਘ ਜੀ ਗਏ, ਉੱਥੇ ਮਹਾਂਪੁਰਖ ਵੀ ਖਲੋਤੇ, ਬਾਬਾ ਗੁਰਦੇਵ ਸਿੰਘ ਜੀ ਵੀ, ਅਤੇ ਜਿਹੜੇ ਇਸ ਟਾਈਮ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਨੇ ਬਾਬਾ ਗੱਜਣ ਸਿੰਘ ਜੀ, ਇਹ ਵੀ ਉੱਥੇ ਚਾਲਿਆਂ 'ਚ ਸੀਗੇ ਖਲੋਤੇ। ਅਤੇ ਅਸੀਂ ਜਾਂਦਿਆਂ ਨੂੰ ਪਹੁੰਚ ਗਏ। ਮਹਾਂਪੁਰਖਾਂ ਨੇ ਮੇਰੇ ਵੱਲ ਦੇਖ ਕੇ ਨਾ ਜਿਸ ਤਰ੍ਹਾਂ ਕੁਝ ਉਂਗਲ ਨਾਲ ਇਸ਼ਾਰਾ ਕਰ ਰਹੇ, ਪਰ ਮੈਨੂੰ ਕੁਝ ਸਮਝ ਨਹੀਂ ਗਾ ਕੀ ਕਹਿ ਰਿਹਾ ਸੀ। ਮੈਂ ਸੁੱਧ ਬੁੱਧ ਉਸ ਟਾਈਮ ਖੋ ਬੈਠਾ ਸੀ ਆਪੇ, ਮੇਰੇ ਅੱਖਾਂ 'ਚ ਪਾਣੀ, ਵਿਰਾਗ 'ਚ ਸੀ ਮੈਂ। ਮੈਨੂੰ ਕੁਛ ਕਿਹਾ ਮਹਾਂਪੁਰਖਾਂ, ਪਰ ਮੈਂ ਨਹੀਂ ਯਾਦ, ਮੈਨੂੰ ਕੁਛ ਨਹੀਂ ਪਤਾ ਕੀ ਕਹਿ ਰਿਹਾ ਸੀ। ਲਾਗੇ ਮੱਥਾ ਟੇਕਿਆ ਅਤੇ ਮੈਨੂੰ ਇੰਨਾ ਕਿਹਾ ਕਿ ਵੱਡੇ ਮਹਾਂਪੁਰਖਾਂ ਕੋਲ ਅਰਦਾਸ ਕਰਾਇਓ। ਮੇਰੇ ਮਨ 'ਚ ਵੀ ਅਰਦਾਸ ਬਾਅਦ 'ਚ ਕਰਨਗੇ। ਉਹਨਾਂ ਉੱਥੇ ਸ਼ਹੀਦੀ ਪਹਿਰਿਆਂ ਵਿੱਚ ਅਰਦਾਸ ਕਰਤੀ ਕਿ ਇਹ ਸਿੰਘ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਾਊਗਾ। ਉੱਥੇ ਜਗਾਰੇ ਛੱਡਤੇ ਸਿੰਘਾਂ ਨੇ। ਉੱਥੋਂ ਸ਼ੁਰੂਆਤ ਹੋਈ ਮੇਰੇ ਕੇਸ ਰੱਖਣ ਦੀ। ਫਿਰ ਥੋੜ੍ਹੇ ਚਿਰ ਬਾਅਦ ਹੀ ਗੁਰੂ ਪਾਤਸ਼ਾਹ ਨੇ ਐਸਾ ਚੋਜਰ 'ਚ ਆਇਆ ਕਿ ਮੈਨੂੰ ਖੰਡੇ ਬਾਟੇ ਦੀ ਪੌਲ ਬਖਸ਼ ਕੇ ਉਹਨਾਂ ਨੇ ਤਿਆਰ ਬਰ ਤਿਆਰ ਜੋ ਸੀਗਾ ਸਿੰਘ ਸਜਾ ਦਿੱਤਾ। ਅਤੇ ਪਹਿਲੋਂ ਤਾਂ ਮੇਰਾ ਫੁਰਨਾ ਸੀ ਵੀ ਚਲੋ ਅੰਮ੍ਰਿਤ ਛਕ ਕੇ ਆਪਾਂ ਪੈਂਟ ਸ਼ਰਟ ਪਾ ਲਿਆ ਕਰਾਂਗੇ, ਅਤੇ ਪਰ ਜਦੋਂ ਪੰਜਾਂ ਪਿਆਰਿਆਂ ਕਿਹਾ ਉਹ ਸਿੰਘਾ ਐਡੀ ਛੇਤੀ ਦਨਾਲੀ ਪਾਉਣ ਲੱਗਾ, ਸਾਡੇ ਨਾ ਪਜਾਮੇ ਨੂੰ ਦਨਾਲੀ ਕਹਿੰਦੇ ਆ ਸਿੰਘ, ਅਤੇ ਮੈਂ ਅੰਮ੍ਰਿਤ ਛਕ ਕੇ ਉੱਠਣ ਲੱਗਾ, ਮੈਂ ਪਜਾਮਾ ਪਾਉਣ ਲੱਗਾ, ਅਤੇ ਜਦੋਂ ਉਹਨਾਂ ਕਿਹਾ ਵਾ ਸਿੰਘਾ ਦਨਾਲੀ ਪਾਉਣ ਲੱਗਾ ਐਡੀ ਛੇਤੀ, ਅਤੇ ਮੈਂ ਮੁੜ ਕੇ ਬੇਨਤੀ ਕੀਤੀ ਵੀ ਚਲੋ ਮਹਾਰਾਜ ਕਿਰਪਾ ਕਰੋ। ਉੱਥੇ ਪਰ ਮਹਾਂਪੁਰਖਾਂ ਨੇ ਬਾਬਾ ਗੁਰਦੇਵ ਸਿੰਘ ਹੋਣਾ ਅਤੇ ਬਾਬਾ ਗੱਜਣ ਸਿੰਘ ਇਹਨਾਂ ਮੈਨੂੰ ਥਾਪਣਾ ਦਿੱਤੀ ਬਹੁਤ ਜ਼ੋਰ ਦੀ ਨਾ, ਮੈਂ ਉਹ ਭੁੱਲਦਾ ਨਹੀਂ ਵਕਤ ਮੈਨੂੰ। ਸਰੋਵਰ ਦੇ ਕੰਢੇ ਜਦੋਂ ਇਹ ਅੰਮ੍ਰਿਤ ਬਾਟਾ ਤਿਆਰ ਹੁੰਦਾ, ਮੁੜ ਕੇ ਸਾਰੀ ਸੰਗਤ ਮਹਾਂਪੁਰਖਾਂ ਦੇ ਨਾਲ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਉਂਦੀ ਆ। ਥਾਪਣਾ ਐਸੀ ਦਿੱਤੀ ਮੈਂ ਘਰ ਨਹੀਂ ਆਇਆ। ਤਰਨ ਤਾਰਨ ਸਿੱਧਾ ਜਿੱਥੇ ਇਹ ਬਾਣੇ ਸੀਂਦੇ ਆ ਨਾ, ਉੱਥੋਂ ਮੈਂ ਇਹ ਬਾਬਾ ਦਰਸ਼ਨ ਸਿੰਘ ਨਾਲ ਹੀ ਸੀ ਮੇਰੇ ਬਾਣੇ ਸੀਤੇ। ਮੈਂ ਕਿਹਾ ਵੀ ਹੁਣ ਮੈਂ ਬਾਣਾ ਪਾ ਲੈਣਾ, ਮਹਾਰਾਜ ਕਿਰਪਾ ਕਰਨ। ਅਤੇ ਜਿਹੜੇ ਇਸ ਟਾਈਮ ਸਮਾਧੇ ਬਾਬਾ ਨੌਧ ਸਿੰਘ ਜੀ ਦੀ ਸੇਵਾ ਕਰਦੇ ਬਾਬਾ ਜੋਗਾ ਸਿੰਘ ਜੀ, ਇਹਨਾਂ ਨੇ ਆਪਣੇ ਹੱਥਾਂ ਦੇ ਨਾਲ ਮੇਰੇ ਦਮਾਲਾ, ਇਹ ਸਿਰ 'ਤੇ ਦਮਾਲਾ ਸਜਾਇਆ, ਜਿਹੜਾ ਉੱਪਰ ਦਾ ਇਹਨੂੰ ਬੁੰਗਾ ਕਹਿੰਦੇ ਆ, ਉਹਨਾਂ ਸੁੰਦਰ ਬੁੰਗਾ ਸਜਾ ਕੇ, ਅਤੇ ਮੇਰੇ ਕੇਸ ਮੇਰੇ ਹੈ ਨਹੀਂ ਸੀ ਬਿਲਕੁਲ ਸਿਰ 'ਤੇ। ਤੁਹਾਨੂੰ ਮੈਂ ਵੀ ਦੱਸ ਦੇਵਾਂ ਗੱਲ, ਮੇਰੇ ਸਾਈਡ 'ਤੇ ਕੇਸ ਸੀ, ਮੇਰੇ ਸਿਰ ਦੇ ਵਿੱਚ ਬਿਲਕੁਲ ਵਾਲ ਨਹੀਂ ਸੀ ਹੈਗੇ, ਮੈਂ ਬਿਲਕੁਲ ਬਾਲਡ ਸੀ।
ਤੇ ਮੈਂ ਸੋਚਣਾ ਵੀ ਮੈਂ ਦਮਾਲਾ ਕਿੱਦਾਂ ਸਜਾਵਾਂਗਾ। ਤੇ ਉੱਥੇ ਇਦਾਂ ਹੀ ਹੋਇਆ, ਕਹਿੰਦੇ ਕੋਈ ਗੱਲ ਨਹੀਂ, ਇੱਕ ਸਿੰਘ ਸਾਡੇ ਸੀ, ਕਹਿੰਦੇ ਮਹਾਂਪੁਰਖਾਂ 'ਚ ਆਇਆ ਤੇ ਕੇਸ ਵੀ ਆ ਜਾਣੇ। ਭਾਜੀ ਅੱਜ ਮੇਰੇ ਪੂਰੇ ਸਿਰ ਦੇ ਵਿੱਚ ਕੇਸ ਨੇ, ਕਾਫੀ ਲੰਬੇ ਲੰਬੇ। ਐਸੀ ਕਿਰਪਾ ਗੁਰੂ ਪਾਤਸ਼ਾਹ ਨੇ ਕੀਤੀ ਆ। ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਲੋਕੀ ਤੇ ਤੇਲ ਲਾਉਂਦੇ ਆ ਵਾਹ ਵੀ ਕੇਸ ਹੋਣ ਤੇ ਸਾਡੇ ਕਈ ਕੁਝ ਕਰਦੇ ਆ। ਸਾਡੇ ਗੁਰੂ ਪਾਤਸ਼ਾਹ ਨੇ, ਉਹਨਾਂ ਨੇ ਆਸ਼ੀਰਵਾਦ ਦੇ ਨਾਲ ਹੀ ਮੇਰੇ ਸਾਰੇ ਕੇਸ ਲਿਆਂਦੇ ਆ। ਤੇ ਬਸ ਹੁਣ ਜ਼ਿੰਦਗੀ ਦੇ ਇੱਕ ਰੰਗ ਆਪਾਂ ਸੁਪਨਾ ਦੇਖਦੇ ਹਾਂ ਨਾ ਜੀ, ਜਦੋਂ ਅੱਖ ਖੁੱਲ੍ਹਦੀ ਆਪਾਂ ਦੇਖਦੇ ਹਾਂ ਉਹ ਰਾਤੀ ਸੁਪਨੇ 'ਚ ਆਪਾਂ ਮਹਿਲ ਮਾੜੀਆਂ ਦੇਖੀਆਂ, ਆਪਾਂ ਆਨੰਦ ਦੇਖੇ। ਐਕਚੁਅਲੀ ਜ਼ਿੰਦਗੀ ਵੀ ਇਹੀ ਖੇਡ ਆ। ਪਰਮਾਤਮਾ ਨੇ ਫੋਰਨ ਵਿੱਚ ਵੀ ਬੜਾ ਕਮਾਇਆ, ਬੰਬੇ ਵੀ ਉਹ ਰੰਗ ਤਮਾਸ਼ੇ ਦੇਖੇ ਜਿਹੜੇ ਕਿ ਆਮ ਇਨਸਾਨ ਦੀ ਜਿਹੜੀ ਆ ਪਹੁੰਚ ਤੋਂ ਦੂਰ ਨੇ। ਅਸੀਂ ਜੇ ਮਿੱਟੀ ਵਿੱਚ ਵੀ ਸੁੱਤੇ ਹਾਂ ਅਤੇ 5 ਸਟਾਰ ਹੋਟਲਾਂ ਵਿੱਚ ਵੀ ਮਹਾਰਾਜ ਨੇ ਬਹੁਤ ਸਾਨੂੰ ਸਵਾਇਆ, ਪਰ ਉਹ ਸਾਰੀ ਇੱਕ ਰੰਗ ਤਮਾਸ਼ੇ ਦਾ ਇੱਕ ਸੁਪਨਾ ਜੀ। ਜੋ ਜ਼ਿੰਦਗੀ ਦਾ ਨਜ਼ਾਰਾ ਆਪਾਂ ਕਹਿ ਲਈਏ ਸਾਦਗੀ ਵਿੱਚ ਆ ਨਾ ਜੀ, ਉਸ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਜੋ ਆਨੰਦ ਆ, ਬਸ ਇਹ ਆ ਵੀ ਪਰਮਾਤਮਾ ਜਦ ਤਾਈਂ ਸਵਾਸ ਆ, ਬਾਣੀ ਤੇ ਬਾਣਾ ਆਪਣਾ ਆਪਣੇ ਬੱਚੇ ਨੂੰ ਬਖਸ਼ਣ ਹੋਣ, ਤੇ ਇਹੀ ਬਸ ਹੁੰਦਾ ਉਹਦੇ ਮਾਲਕ ਦੇ ਚਰਨਾਂ 'ਚ ਬੇਨਤੀ ਆ ਵੀ ਹੇ ਮੇਰੇ ਪਾਤਸ਼ਾਹ ਆਪਣੇ ਚਰਨਾਂ ਨਾਲ ਲਾ ਕੇ ਰੱਖਿਓ। ਜੋ ਵੀ ਆਦੀਆਂ ਬੇਦੀਆਂ ਗਲਤੀਆਂ ਜ਼ਿੰਦਗੀ 'ਚ ਬਹੁਤ ਹੁੰਦੀਆਂ ਇਨਸਾਨ ਕੋਲੋਂ, ਉਹਦੀ ਸਾਨੂੰ ਮਾਫੀ ਬਖਸ਼ੋ ਤੇ ਕਰੋ ਕਿਰਪਾ। ਉਹ ਸਮਰੱਥ ਨੇ ਜੀ ਮਹਾਰਾਜ। ਕਹਿੰਦੇ ਨੇ ਕਿ ਮੁੰਬਈ ਜਿਹੜੀ ਹੈ ਮਾਇਆ ਨਗਰੀ ਹੈ, ਉੱਥੋਂ ਜਿਹੜਾ ਜਾਂਦਾ ਉੱਥੋਂ ਦਾ ਹੀ ਬਣ ਕੇ ਰਹਿ ਜਾਂਦਾ। ਅਤੇ ਖਾਸ ਕਰਕੇ ਫਿਲਮੀ ਲਾਈਨ ਦੇ ਵਿੱਚ ਜਾਂ ਫਿਲਮ ਇੰਡਸਟਰੀ ਦੇ ਵਿੱਚ ਜਾਣਾ, ਉੱਥੋਂ ਵਾਪਸ ਆਉਣਾ, ਔਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਅੱਜ ਵੀ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਜਾਂਦੇ ਨੇ ਜਿਹੜੇ ਕਿ ਉੱਥੇ ਜਾ ਕੇ ਕਿ ਸਿਰਫ ਪੜ੍ਹਦੇ 'ਤੇ ਆਉਣਾ, ਉਹਦੇ ਵਾਸਤੇ ਚਾਹੇ ਕੁਛ ਵੀ ਕਰਨਾ ਪਵੇ, ਚਾਹੇ ਕੇਸ ਜਿਹੜੇ ਹੈਗੇ ਕਤਲ ਕਰਾਉਣੇ ਪੈਣ, ਕਲੀਨ ਸ਼ੇਵ ਹੋਣਾ ਪਵੇ, ਇੱਥੋਂ ਤੱਕ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੀ ਲੁੱਕ ਚੇਂਜ ਕਰ ਚੁੱਕੇ। ਕੀ ਕਦੀ ਮਨ ਦੇ ਵਿੱਚ ਨਹੀਂ ਆਇਆ ਤੁਹਾਡੇ ਵੀ ਕਿ ਹਾਂ ਬਈ ਯਾਰ ਮੈਂ ਉੱਥੇ ਤੇ ਮੈਨੂੰ ਇਸ ਤਰ੍ਹਾਂ ਸੀ ਅਤੇ ਇੱਥੇ ਹੁਣ ਕਦੀ ਵੀ ਕੋਈ ਮਨ ਦੇ ਵਿੱਚ ਕੋਈ ਗੱਲ ਇਸ ਤਰ੍ਹਾਂ ਦੀ ਕੋਈ ਸ਼ੰਕਾ ਹੋਈ ਹੋਵੇ? ਗੁਰੂ ਪਾਤਸ਼ਾਹ ਜੀ ਨੇ ਜਿਹੜਾ ਇਹ ਬਾਣਾ ਬਖਸ਼ਿਆ ਨਾ ਜੀ, ਇਹਦੇ ਅੱਗੇ ਸਭ ਕੁਛ ਜਿਹੜਾ ਨਾ ਜੀ ਉਹ ਨਿਸ਼ਾਵਰ ਆ। ਮਨ 'ਚ ਤਾਂ ਕੀ ਆਉਣਾ ਸੀ, ਇਹ ਤਾਂ ਨੇ ਪਰਮਾਤਮਾ ਤੇਰਾ ਸ਼ੁਕਰ ਆ ਮੈਨੂੰ ਗਰੀਬ ਨੂੰ ਰੁੜਦੇ ਜਾਂਦੇ ਨੂੰ ਕੱਢ ਲਿਆ। ਭਾਜੀ ਤੁਸੀਂ ਜਿਉਂ ਇੱਕ ਚੱਲੋਗੇ ਨਾ, ਮੈਂ ਕੀ ਤੁਹਾਨੂੰ ਕਹਾਂ, ਕਈ ਗੱਲਾਂ ਕਈ ਵਾਰੀ ਕਈ ਵਿਚਾਰ ਦਿਮਾਗ 'ਚ ਆਉਂਦੇ ਆਪਾਂ ਜ਼ੁਬਾਨ ਤੋਂ ਨਹੀਂ ਕਹਿ ਸਕਦੇ। ਹਾਂ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਮੈਂ ਨਾ ਇੱਕ ਕਿਤਾਬ ਪੜ੍ਹੀ ਸੀ ਓਸ਼ੋ ਰਜਨੀਸ਼ ਜੀ ਦੀ। ਉਹਨਾਂ ਕਿਹਾ ਸੀ ਕਿ ਇਨਸਾਨ ਦੀਆਂ ਜਿਹੜੀਆਂ ਕਾਮਨਾਵਾਂ ਨੇ ਉਹ ਜੇ ਤੇ ਹੋਣ ਇੱਕ ਨਾਲੀ ਸਮਾਨ ਹੁੰਦੀਆਂ, ਜਿਸ ਤਰ੍ਹਾਂ ਮੈਨੂੰ ਰੋਟੀ ਦੀ ਸਵੇਰ ਤੱਕ ਸੀਮਤ ਆ, ਕਾਸ਼ ਮੈਨੂੰ ਰੋਟੀ ਚੰਗੀ ਮਿਲ ਜੇ, ਮੇਰੀ ਆ ਕਮੀਜ਼ ਪੈਂਟ ਉਹ ਨਾਲੀ ਸਮਾਨ ਨੇ, ਅਤੇ ਉਹਦੀਆਂ ਉਹ ਵਹਿਣ 'ਚ ਵਹੇਗਾ। ਜਦੋਂ ਜਿਉਂ ਉਹਦੇ ਕੋਲ ਪੈਸਾ ਆਉਂਦਾ, ਸ਼ੋਹਰਤ ਆਉਂਦੀ ਆ, ਉਹ ਨਾਲੀ ਤੋਂ ਵੱਡਾ ਨਾਲਾ, ਨਹਿਰ, ਦਰਿਆ ਸਮਾਨ, ਉਹ ਕਾਮਨਾਵਾਂ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਕਾਮਨਾਵਾਂ ਵਧਣ ਦੇ ਨਾਲ ਨਾਲ ਹੀ ਦੁੱਖ ਸ਼ੁਰੂ ਹੋ ਜਾਂਦੇ ਵਧਣੇ। ਇਹ ਕੁਦਰਤੀ ਆ, ਜਿਸ ਸੂਰਜ ਨੇ ਅੱਜ ਚੜ੍ਹਨਾ ਕੱਲ੍ਹ ਨੂੰ ਉਹਨੇ ਠਾਂ ਡਿੱਗਣਾ ਵੀ ਆ। ਜਦੋਂ ਤੇ ਆਪਾਂ ਦੇਖਦੇ ਹਾਂ ਕਿ ਪੂਰੀ ਧੁੱਪ ਚਮਕ ਵਾ, ਉਸ ਟਾਈਮ ਬੰਦਾ ਕੋਈ ਮੇਰੇ ਵਰਗਾ ਇਨਸਾਨ ਹੀ ਕੋਈ ਨਹੀਂ। ਅਤੇ ਜਦੋਂ ਥੋੜ੍ਹੀ ਬਹੁਤੀ ਪਰਮਾਤਮਾ ਫਿਰ ਤੁਣਕਾ ਮਾਰਦਾ ਵਾ, ਜੋ ਪਰਮਾਤਮਾ ਉਹਦੇ ਵਾਸਤੇ ਵਧੀਆ ਕਰਦਾ ਵਾ, ਪਰ ਇਨਸਾਨ ਕਹਿੰਦਾ ਕਿ ਮੇਰੇ ਵਾਸਤੇ ਮਾੜਾ ਵਾ, ਉੱਥੇ ਫਿਰ ਅਸੀਂ ਰੋਂਦੇ ਹਾਂ। ਇਹ ਗੁਰਬਾਣੀ 'ਚ ਇੱਕ ਸ਼ਬਦ ਵੀ ਆ, ਮਾਟੀ ਕੋ ਪੁੱਤਰੋ ਕੈਸੇ ਨਚਤ ਹੈ ਦੌੜਿਓ ਫਿਰਤ ਹੈ, ਮਾਇਆ ਗਈ ਤੋਂ ਰੋਣ ਲੱਗਾ। ਤਾਂ ਉਹਦੇ ਵਿੱਚ ਮੈਂ ਤੁਹਾਨੂੰ ਸ਼ਾਰਟ ਕਹਿ ਰਿਹਾ ਸੀਗਾ, ਉਹ ਦੱਸਿਆ ਵੀ ਜਦੋਂ ਤੇ ਮਾਇਆ ਆਉਂਦੀ ਆ ਤਾਂ ਖੁਸ਼ ਹੁੰਦਾ ਵਾ, ਜਦੋਂ ਮਾਇਆ ਜਾਂਦੀ ਫਿਰ ਰੋਣ ਲੱਗ ਪੈਂਦਾ ਵਾ। ਇਸੇ ਤਰ੍ਹਾਂ ਹੀ ਆ, ਜਦੋਂ ਤੇ ਤੁਹਾਡੇ ਅਕੋਰਡਿੰਗ, ਜਦੋਂ ਇਨਸਾਨ ਦੇ ਦਿਮਾਗ ਮੁਤਾਬਕ ਤੁਹਾਡੇ ਹੱਕ ਦੇ ਵਿੱਚ ਕੋਈ ਚੀਜ਼ ਹੁੰਦੀ ਆ, ਤੁਸੀਂ ਖੁਸ਼ ਹੋਵੋਗੇ, ਅਤੇ ਜਦੋਂ ਉਹ ਚੀਜ਼ ਤੁਹਾਨੂੰ ਨਹੀਂ ਪ੍ਰਾਪਤ ਹੁੰਦੀ ਅਤੇ ਫਿਰ ਤੁਸੀਂ ਜਿਹੜਾ ਵਾ ਮਾਯੂਸ ਵੀ ਹੋਵੋਗੇ। ਤੁਸੀਂ ਫਿਰ ਦੂਜੇ ਪਾਸੇ ਆ ਮਾਇਆ ਨਗਰੀ ਆ, ਉੱਥੇ ਬਹੁਤ ਕੁਛ ਆ। ਵਾਕਿਆ ਹੀ ਜੋ ਦੁਨੀਆ ਭੱਜਦੀ ਆ, ਜੋ ਉੱਥੇ ਸਟਰਗਲ ਬਹੁਤ ਜ਼ਿਆਦਾ, ਮਿਹਨਤ ਬਹੁਤ ਜ਼ਿਆਦਾ, ਉੱਥੇ ਤੁਹਾਨੂੰ ਹਰ ਚੀਜ਼ ਮਿਲੇਗੀ। ਸਭ ਤੋਂ ਪਹਿਲਾਂ ਤੁਹਾਡੀ ਕਿਸਮਤ ਜਿਹੜੀ ਆ ਨਾ ਜੀ, ਤੁਹਾਡੀ ਮਿਹਨਤ ਅਤੇ ਕਿਸਮਤ ਇਹ ਕਾਊਂਟ ਕਰਦੀ ਆ। ਇਹ ਮੈਂ ਯੰਗ ਬੱਚਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਮੇਰੇ ਛੋਟੇ ਵੀਰੋ, ਪੁੱਤਰੋ, ਭਰਾਓ, ਸਭ ਤੋਂ ਵੱਡੀ ਚੀਜ਼ ਇੱਕ ਸਿੱਖ ਵਾਸਤੇ ਸਿੱਖੀ ਆ। ਕਦੀ ਆਪਣੇ ਭੁੱਲ ਕੇ ਵੀ ਕੇਸ ਕਤਲ ਨਾ ਕਰਾਇਓ। ਇਹ ਸਰਦਾਰੀ ਨਹੀਂ ਜੇ ਮਿਲਦੀ। ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਪਰਿਵਾਰ ਨਿਸ਼ਾਵਰ ਕਰਕੇ ਸਾਨੂੰ ਇਹ ਸਿੱਖੀ ਬਖਸ਼ੀ ਆ। ਬੜੀ ਗਲਤੀ ਅਸੀਂ ਵੀ ਕਰਦੇ ਰਹੇ ਹਾਂ, ਜੋ ਬੇਮੁਖ ਹੋਏ ਸਾਈ,
ਬੇਮੁਖ ਹੋਏ ਰਾਮ ਤੇ ਲੱਗਣ ਜਨਮ ਜੋਗ। ਬਾਬਾ ਜੀ ਉਹ ਤੇ ਜੋ ਵਕਤ ਸੀ ਨਾ, ਮੈਂ ਉਹਨੂੰ ਕਹਾਂਗਾ ਕਿ ਮੇਰੀ ਇੱਕ ਬਹੁਤ ਵੱਡੀ ਗਲਤੀ ਸੀ ਜ਼ਿੰਦਗੀ ਦੀ, ਜੋ ਮੈਂ ਕੇਸ ਕਤਲ ਕਰਾ ਕੇ ਜੋ ਇਸ ਤਰ੍ਹਾਂ ਦੇ ਜੋ ਕੰਮ ਕਰਦਾ ਰਿਹਾ ਵਾਂ। ਪਰ ਮੇਰੇ ਪਾਤਸ਼ਾਹ ਬਖਸ਼ਣਹਾਰ ਨੇ, ਉਹਨਾਂ ਫਿਰ ਵੀ ਗਰੀਬ ਨੂੰ ਬਖਸ਼ ਲਿਆ ਜਾਂ ਆਪਣੇ ਚਰਨਾਂ ਨਾਲ ਲਾ ਲਿਆ। ਮੈਂ ਕਹਿੰਦਾ ਬਾਲਕਾ ਤੁਸੀਂ ਧੰਨ ਜੇ, ਕਲਗੀਆਂ ਵਾਲੇ ਪਾਤਸ਼ਾਹ ਆਪ ਜੀ ਧੰਨ ਜੇ, ਜਿਹੜਾ ਬੱਚੇ ਨੂੰ ਬਖਸ਼ ਲਿਆ, ਫਿਰ ਆਪਣਾ ਸਰੂਪ ਬਖਸ਼ਿਆ। ਇਸ ਤਰ੍ਹਾਂ ਕਿ ਆਪਾਂ ਗੱਲ ਕਰਦੇ ਹਾਂ ਬੰਬੇ ਦੀ, ਤੁਸੀਂ ਵੀ ਬੰਬੇ ਰਹੇ ਹੋ, ਤੁਸੀਂ ਦੱਸਿਆ ਕਿ ਬਹੁਤ ਉੱਥੇ ਸਟਰਗਲ ਕਰਨੀ ਪੈਂਦੀ ਹੈ। ਕੋਈ ਇਸ ਤਰ੍ਹਾਂ ਦੀ ਸਟਰਗਲ ਦੇ ਦਿਨਾਂ ਦੇ ਵਿੱਚ ਜਿੱਥੇ ਕਿ ਹੁਣ ਵੀ ਤੁਸੀਂ ਯਾਦ ਕਰਕੇ ਕਈ ਵਾਰੀ ਅੱਖਾਂ ਦੇ ਵਿੱਚ ਵੀ ਅਥਰੂ ਆਉਂਦੇ ਹੋਣਗੇ, ਕੋਈ ਖੱਟੀ ਮਿੱਠੀ ਯਾਦ, ਕੋਈ ਉਸ ਤਰ੍ਹਾਂ ਦੀ ਕੋਈ ਚੰਗੀ, ਕਿ ਹਾਂ ਬਈ ਮੈਂ ਉਹਨਾਂ ਦਿਨਾਂ ਦੇ ਵਿੱਚ ਇਹ ਸੀ, ਰੋਇਆ ਵੀ ਸੀ ਅਤੇ ਹੱਸਿਆ ਵੀ ਸੀ? ਉੱਥੇ ਖੁਸ਼ ਹੁੰਦੇ ਸੀ ਜਦੋਂ ਸਾਨੂੰ ਵਧੀਆ ਕੰਮ ਮਿਲਣਾ। ਜਦੋਂ ਅਸੀਂ ਸਟਾਰਟਿੰਗ ਜਦੋਂ ਰੈਸਲਿੰਗ ਵਿੱਚ ਵੀ ਗਏ ਆ, ਉਸ ਟਾਈਮ ਬੜੇ ਖੁਸ਼ ਹੋਏ, ਸਾਨੂੰ ਕਿੱਡਾ ਵੱਡਾ ਪਲੇਟਫਾਰਮ ਮਿਲਿਆ ਅਤੇ ਉੱਥੇ 5 ਸਟਾਰ ਹੋਟਲਾਂ 'ਚ ਰਹਿਣਾ, ਇੰਜੋਏ ਕਰਨੇ। ਪਰ ਪ੍ਰਮਾਤਮਾ ਨੇ ਇੱਕ ਐਸੀ ਕਿਰਪਾ ਕੀਤੀ ਜੀ, ਮੈਂ ਜਿਸ ਤਰ੍ਹਾਂ ਸ਼ਰਾਬ ਤੋਂ ਦੂਰ ਰਿਹਾ ਪਹਿਲੇ ਦਿਨ ਤੋਂ ਹੀ, ਉੱਥੇ ਵੀ ਮੈਂ ਨਹੀਂ, ਰੈਸਲਿੰਗ ਵਿੱਚ ਵੀ ਮੈਂ ਨਹੀਂ ਬਿਲਕੁਲ ਵੀ ਇਸ ਪਾਸੇ ਗਿਆ ਸੀਗਾ। ਫੋਰਨ ਵਿੱਚ ਬਹੁਤ ਜਾਂਦੇ ਰਹੇ ਹਾਂ। ਉੱਥੇ ਪਹਿਲੋਂ ਜਦੋਂ ਗਏ ਸੀਗੇ, ਹੁਣ ਮੇਰੇ ਮੂੰਹ ਜੱਚਦਾ ਨਹੀਂ ਗੱਲ ਕਰਨੀ ਕਿ ਉਦੋਂ ਅਸੀਂ ਬੀਅਰ ਵਗੈਰਾ ਪੀ ਲੈਂਦੇ ਸੀਗੇ। ਪਰ ਇਹ ਜਿਹੜੀਆਂ ਮਿੱਠੀਆਂ ਯਾਦਾਂ ਤਾਂ ਬਹੁਤ ਨੇ। ਜਦੋਂ ਤੁਹਾਡੇ ਹੱਕ 'ਚ ਗੱਲ ਹੁੰਦੀ ਤੁਸੀਂ ਖੁਸ਼, ਹੁਣ ਵੀ ਇੱਥੇ ਵੀ ਆਪਾਂ ਨਾ, ਜੇ ਮੰਨ ਲਓ ਤੁਹਾਨੂੰ ਅੱਜ ਵਧੀਆ ਤੁਹਾਨੂੰ ਕੋਈ ਸਕੋਪ ਮਿਲ ਜਾਏਗਾ, ਤੁਸੀਂ ਖੁਸ਼ ਹੋ ਜਾਣਾ ਵਾ। ਇਹੋ ਜਿਹੇ ਤਾਂ ਬਹੁਤ ਨੇ। ਅਤੇ ਜਿਹੜੀ ਗੱਲ ਆ ਰੋਣ ਦੀ, ਉਹ ਵੀ ਦਿਨ ਦੇਖੇ ਆ। ਕਈ ਵਾਰੀ ਸਾਡੇ ਕੋਲ ਪੈਸੇ ਓਨੇ ਕੁ ਹੁੰਦੇ ਸੀਗੇ ਅਤੇ ਸੋਚਣਾ ਵੀ ਹੁਣ ਰੂਮ ਦਾ ਕਿਰਾਇਆ ਵੀ ਦੇਣਾ ਵਾ, ਅਤੇ 3 ਵੀਲਰ ਨੇ ਪੈਸੇ ਜ਼ਿਆਦਾ ਲੈ ਲੈਣੇ ਆ, ਅਤੇ 30 40 ਕਿਲੋਮੀਟਰ ਵੀ ਪੈਦਲ ਕੱਢੇ ਐਡੀਸ਼ਨ ਦੇਣ ਵਾਸਤੇ। ਬੜਾ ਕੁਝ ਬਾਬਾ ਜੀ। ਹਾਂ, ਭੁੱਖਿਆ ਵੀ ਕਈ ਵਾਰੀ ਸੁੱਤੇ ਆ ਉੱਥੇ। ਕਾਫੀ ਰੰਗ ਮਹਾਰਾਜ ਨੇ ਵਿਖਾਏ ਨੇ ਜੀ, ਚੰਗੇ ਵੀ ਮਾੜੇ ਵੀ। ਮੈਨੂੰ ਕੀ ਹਰ ਇੱਕ ਨੂੰ ਵਿਖਾਉਂਦਾ, ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਉਸ ਪਰਮਾਤਮਾ ਨੇ ਬੜੇ ਰੰਗ ਵਿਖਾਏ ਆ ਜੀ। ਜਿਹੜਾ ਜਗਜੀਵਨ ਜੀ, ਜਿਹੜੀ ਤੁਹਾਨੂੰ ਹੁਣ ਸਿੱਖੀ ਉਸ ਸਤਿਗੁਰ ਨੇ ਬਖਸ਼ੀ ਹੈ, ਅਗਰ ਇਸੇ ਹੀ ਸਰੂਪ ਦੇ ਵਿੱਚ ਕੱਲ੍ਹ ਨੂੰ ਫਿਰ ਤੁਹਾਨੂੰ ਕਿਤੇ ਵੱਡੇ ਪਰਦੇ 'ਤੇ ਜਾਂ ਛੋਟੇ ਪਰਦੇ 'ਤੇ ਕੰਮ ਕਰਨਾ ਪਵੇ ਜਾਂ ਕੁਛ ਆਫਰਸ ਆਉਣ, ਕੀ ਤੁਸੀਂ ਕਰੋਗੇ? ਦੇਖੋ ਜੀ, ਮੈਂ ਮਹਾਂਪੁਰਖਾਂ ਕੋਲ ਇਜਾਜ਼ਤ ਲੈ ਕੇ, ਵੈਸੇ ਉਹਨਾਂ ਕਿਹਾ ਸੀ ਮੈਨੂੰ ਕਿ ਇਹ ਬਾਣਾ ਬਹੁਤ ਭਾਗਾਂ ਨਾਲ ਨਸੀਬ ਹੁੰਦਾ ਵਾ, ਇਹ ਉਤਾਰਨਾ ਨਹੀਂ। ਐਕਚੁਅਲੀ ਗੱਲ ਇਹ ਹੋਈ ਸੀ ਕਿ ਮੈਂ ਇੱਕ ਮੂਵੀ ਕੀਤੀ ਸੀ ਇਨਕਲਾਬ, ਉਹਦੇ ਡਾਇਰੈਕਟਰ ਸਾਹਿਬ ਦਾ ਕਾਲ ਆਈ ਸੀ, ਇੱਕ ਹੋਰ ਮੂਵੀ ਕਰ ਰਹੇ ਸੀ ਕਿ ਉਹਦੇ 'ਚ ਮੇਰਾ ਨੈਗੇਟਿਵ ਸ਼ੇਡ ਸੀ। ਮੈਨੂੰ ਕਹਿ ਰਹੇ ਸੀ ਕਿ ਸਰਦਾਰ ਦਾ ਕਰੈਕਟਰ ਆ ਪਰ ਨੈਗੇਟਿਵ ਆ, ਤੁਸੀਂ ਕਰ ਲਓਗੇ ਵੀ ਜਿਸ ਤਰ੍ਹਾਂ ਪਿੰਡਾਂ ਦੇ ਸਰਪੰਚ ਹੁੰਦੇ ਆ ਪਜਾਮਾ ਕੁੜਤਾ ਪਾ ਕੇ। ਮੈਂ ਉਹਨਾਂ ਨੂੰ ਕਿਹਾ ਸੀ ਕਿ ਮਹਾਂਪੁਰਖਾਂ ਨੂੰ ਪੁੱਛਣਾ ਪੈਣਾ। ਮੈਂ ਫਿਰ ਮਹਾਂਪੁਰਖਾਂ ਨਾਲ ਜਦੋਂ ਇਸ ਬਾਬਤ ਪੁੱਛਿਆ ਕਿ ਮੈਂ ਉਹਨਾਂ ਕਿਹਾ ਵੀ ਨਹੀਂ, ਬਾਣੇ ਤੋਂ ਬਾਹਰ ਨਹੀਂ ਜਾਣਾ। ਅਤੇ ਇੱਦਾਂ ਸੀ ਜੀ, ਜਿਉਂ ਬਾਣਾ ਧਾਰਨ ਕੀਤਾ, ਨਾ ਮੈਂ ਹੀ ਕਿਸੇ ਨੂੰ ਕਿਹਾ ਮੈਨੂੰ ਕੰਮ ਦਿਓ, ਨਾ ਕਿਸੇ ਨੇ ਮੈਨੂੰ ਕਿਹਾ ਵੀ ਲੈ ਤੈਨੂੰ ਕੰਮ ਦੇ ਦਿੰਦੇ ਆ। ਹਾਂ, ਜੇਕਰ ਇਸ ਰੂਪ ਦੇ ਵਿੱਚ ਕੋਈ ਮੈਨੂੰ ਕਰੈਕਟਰ ਮਿਲਦਾ ਵਾ ਅਤੇ ਮੈਂ, ਕਿਉਂਕਿ ਬਾਣਾ ਹਮੇਸ਼ਾ ਪੋਜ਼ੀਟਿਵ ਆ ਅਤੇ ਕਰੈਕਟਰ ਵੀ ਪੋਜ਼ੀਟਿਵ ਹੋਏਗਾ। ਜੇਕਰ ਗੁਰੂ ਪਾਤਸ਼ਾਹ ਮੈਨੂੰ ਬਖਸ਼ਣਗੇ ਅਤੇ ਆਪਾਂ ਜ਼ਰੂਰ ਕਰਾਂਗੇ ਜੀ। ਕਿਉਂਕਿ ਅਸੀਂ ਤਾਂ ਕਹਿੰਦੇ ਹਾਂ ਕਿ ਜੇਕਰ ਬਾਣਾ ਦੇਖ ਕੇ ਕਿਸੇ ਨੂੰ ਮਨ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਮੈਂ ਵੀ ਕੇਸ ਰੱਖ ਲਾਂ, ਅਤੇ ਸਾਨੂੰ ਇਹਦੇ ਵਿੱਚ ਜਿਹੜਾ ਸੀਗਾ ਕੋਈ ਗਰੇਜ਼ ਨਹੀਂ ਕਰਨਾ ਚਾਹੀਦਾ। ਮੈਂ ਇੱਕ ਤੁਹਾਨੂੰ ਦੱਸ ਦਿੰਦਾ, ਮੇਰੇ ਕਈ ਦੋਸਤ ਨੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਕੇਸ ਰੱਖ ਕੇ ਅੱਜ ਪੂਰੇ ਤਿਆਰ ਬਰ ਤਿਆਰ ਸਿੰਘ ਨੇ। ਜਿਸ ਤਰ੍ਹਾਂ ਕਈਆਂ ਸਿੰਘਾਂ ਨੇ ਬਾਣਾ ਧਾਰਨ ਨਹੀਂ ਕੀਤਾ ਪਰ ਉੱਦਾਂ ਸੋਹਣੀ ਦਸਤਾਰ ਸਜਾਉਂਦੇ ਆ, ਸੋਹਣੇ ਦਾੜਾ ਪ੍ਰਕਾਸ਼ ਕਰਕੇ, ਮੁਸ਼ਹਿਰੇ ਪੂਰੇ ਐਨ ਕੁੰਡੀਆਂ ਕਰਕੇ। ਅੱਜ ਕਈ ਦੋਸਤ ਨੇ ਜਿਹੜੇ ਕਲੀਨ ਸ਼ੇਪ ਸੀਗੇ, ਕਾਫੀ ਦੋਸਤ ਨੇ ਮੇਰੇ ਜਿਨ੍ਹਾਂ ਨੇ ਮੈਨੂੰ ਹੇਮਕੁੰਟ ਸਾਹਿਬ ਇੱਕ ਦੋ ਲੁਧਿਆਣੇ ਤੋਂ ਸੀਗੇ, ਉਹ ਵੀ ਪ੍ਰੈਸ ਰਿਪੋਰਟਰ ਸੀ ਭਾਅ ਜੀ, ਮੈਨੂੰ ਯਾਦ ਆ ਗਿਆ। ਹਾਂਜੀ, ਅਤੇ ਉਹਨਾਂ ਨੇ ਦੇਖ ਕੇ ਅਤੇ ਮੈਨੂੰ ਕਹਿੰਦੇ ਜੈਜ਼ੀ ਭਾਅ ਜੀ ਤੁਹਾਨੂੰ ਦੇਖ ਕੇ ਹੀ ਮੈਂ ਜਿਹੜੀ ਆ ਦਸਤਾਰ ਬਣਨੀ ਸ਼ੁਰੂ ਕੀਤੀ ਆ। ਅਤੇ ਭਾਅ ਜੀ ਇੱਕ ਗੱਲ ਕਹਾਂ ਤੁਹਾਨੂੰ, ਅੱਜ ਦਸਤਾਰ ਜਿਹੜੀ ਤੁਸੀਂ ਵਧੀ ਬਹੁਤ ਸੁੰਦਰ ਲੱਗ ਰਹੇ ਜੀ। ਮੈਂ ਤਾਂ ਕਹਾਂਗਾ ਕਿ ਤੁਸੀਂ ਪੱਕੀ ਦਸਤਾਰ ਸਜਾਇਆ ਕਰੋ ਅਤੇ ਬਹੁਤ ਸੁੰਦਰ ਲੱਗਦੇ ਜੀ। ਅੱਜ ਵਾਕਈ ਹੀ ਮੈਨੂੰ ਵੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਵਾਕਈ ਮੇਰਾ ਨਾਮ ਸਵਿੰਦਰ ਸਿੰਘ ਹੈ, ਅਤੇ ਤੁਹਾਨੂੰ ਵੇਖ ਕੇ ਮੇਰਾ ਦਿਲ ਨਹੀਂ ਕੀਤਾ ਕਿ ਅੱਜ ਮੈਂ ਕੋਈ ਆਪਣੇ
ਸਿਰ ਦੇ ਉੱਤੇ ਰੁਮਾਲ ਰੱਖਾਂ। ਅਤੇ ਮੈਂ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਨਾਲ ਅਗਰ ਗੱਲ ਕਰਾਂ ਤਾਂ ਥੋੜ੍ਹਾ ਜਿਹਾ ਕਿ ਥੋੜ੍ਹਾ ਮੈਨੂੰ ਵੀ ਮਹਿਸੂਸ ਹੋਵੇ ਕਿ ਮੈਂ ਵੀ ਸਰਦਾਰ ਹਾਂ। ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਸੀਂ ਵੀ ਜਿਹੜੀ ਇਹ ਦਸਤਾਰ ਹੈ ਕੰਟੀਨਿਊ ਸਜਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਮੇਰਾ ਇੱਕ ਸਵਾਲ ਹੈ ਕਿ ਲਗਾਤਾਰ ਜਿਹੜੇ ਹੈ ਸਾਡੇ ਜਿਹੜੇ ਬੱਚੇ ਨੇ ਉਹ ਪਤਿਤ ਪੁੰਨੇ ਵੱਲ ਜਾ ਰਹੇ ਨੇ, ਸਿੱਖੀ ਤੋਂ ਦੂਰ ਜਾ ਰਹੇ ਨੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਔਰ ਜਿਹੜੀ ਇੱਕ ਨਸ਼ੇ ਦੀ ਸਾਡੀ ਜਿਹੜੀ ਲਾਹਨਤ ਹੈ ਉਹ ਵੀ ਸਾਡੇ ਖਾਸ ਕਰਕੇ ਪੰਜਾਬੀਆਂ ਨੂੰ ਖਾਈ ਜਾ ਰਹੀ ਹੈ, ਕੀ ਇੱਕ ਸੁਨੇਹਾ ਦਿਓਗੇ? ਕਿਉਂਕਿ ਤੁਸੀਂ ਵੀ ਉਸ ਮਾਇਆ ਨਗਰੀ ਤੋਂ ਵਾਪਸ ਆਏ ਜੇ ਜਿੱਥੇ ਕਿ ਸਭ ਕੁਝ ਹੁੰਦਾ ਹੈ, ਲੇਕਿਨ ਫਿਰ ਵੀ ਤੁਸੀਂ ਆਪਣੇ ਆਪ ਨੂੰ ਪਰਿਵਰਤਨ ਜਿਹੜਾ ਆਪਣੇ ਆਪ 'ਚ ਤੁਸੀਂ ਲਿਆਂਦਾ ਉਹ ਇੱਕ ਬੜਾ ਸ਼ਲਾਘਾਯੋਗ ਹੈ। ਨਹੀਂ, ਮੇਰੇ 'ਚ ਪਰਿਵਰਤਨ ਮੈਂ ਨਹੀਂ ਲੈ ਕੇ ਆਇਆ, ਇਹ ਮਹਾਂਪੁਰਖਾਂ ਦੀ ਕਿਰਪਾ ਸਾਰੀ, ਉਸ ਅਕਾਲ ਪੁਰਖ ਦੀ ਬਖਸ਼ਿਸ਼ ਆ ਬਹੁਤ ਵੱਡੀ, ਜੋ ਉਹਨਾਂ ਨੇ ਜੋ ਬਾਣਾ ਵੀ ਬਖਸ਼ਿਆ ਆਪਣੇ ਖਜ਼ਾਨੇ 'ਚ ਵੀ ਬਖਸ਼ਿਆ ਵਾ। ਇਹ ਸਾਰੀ ਪਰਮਾਤਮਾ, ਮੈਂ ਤੇ ਹਰ ਜੋ ਵੀ ਯੰਗ ਅੱਜ ਕੱਲ੍ਹ ਆਪਣੀ ਜਨਰੇਸ਼ਨ ਆ ਉਹਨਾਂ ਨੂੰ ਇਹੀ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਮੇਰੇ ਛੋਟੇ ਵੀਰੋ, ਮੇਰੇ ਬੱਚਿਓ, ਤੁਸੀਂ ਤਿਆਰ ਪਰ ਤਿਆਰ ਸਿੰਘ ਸੱਜੋ, ਦਾੜੇ ਪ੍ਰਕਾਸ਼ ਕਰੋ, ਮਸ਼ਹਿਰੇ ਐਨ ਪੂਰੇ ਖੜਵੇਂ ਰੱਖੋ, ਸੋਹਣੀਆਂ ਦਸਤਾਰਾਂ ਸਜਾਓ। ਦਸਤਾਰਾਂ ਨਾਲ ਬਹੁਤ ਸੋਹਣਾ ਲੱਗਦਾ ਬੰਦਾ। ਮੈਂ ਜਦੋਂ ਬੰਬੇ ਸੀ ਨਾ ਭਾਜੀ, ਤੁਸੀਂ ਯਕੀਨ ਕਰਿਓ, ਉਦੋਂ ਜਦੋਂ ਵੀ ਮੈਂ ਕਿਸੇ ਆਉਣਾ ਨਾ, ਕਈ ਕਰੈਕਟਰ ਆਉਂਦੇ ਤੇ ਸਰਦਾਰ ਮੁੰਡੇ ਉੱਥੇ ਸੀਗੇ, ਉਹਨਾਂ ਨੇ ਜਿਹੜੇ ਮੈਂ ਦੇਖਣਾ ਨਾ ਦਾੜਾ ਤਿਆਰ ਪਰ ਤਿਆਰ ਆ, ਜਿਨ੍ਹਾਂ ਦੇ ਦਾੜਾ ਨਹੀਂ ਕੱਟਿਆ, ਮੈਂ ਬੜੇ ਖੁਸ਼ ਹੋਣਾ, ਲਾਗੇ ਬਿਠਾਉਣਾ। ਮੈਨੂੰ ਕਈ ਵਾਰੀ ਕਹਿਣਾ ਵੀ ਉਹਨਾਂ ਨੇ, ਅਰੇ जैसी भैया आप ये जो सरदार लड़के हैं इनको आप इतना क्यों अपने नज़दीक बुलाते हो, क्यों? मैं फिर दसना कि एक्चुअली आई एम आल्सो बिलोंग टू सिख फैमिली, भी मैं भी एक सरदार फैमिली ਨੂੰ ਬਿਲੋਂਗ ਕਰਦਾ। ਉਹ ਸਾਰੇ ਹੱਸਣਾ, ਹੋ ਬਾਊਲਡ ਸਿੱਖ, ਮਜ਼ਾਕ ਕਰਨਾ ਮੈਨੂੰ ਵੀ ਇਹ ਗੰਜਾ ਸਰਦਾਰ ਹੈ, ਵੀ ਸਿਰ 'ਤੇ ਵਾਲ ਨਹੀਂ ਸੀ ਹੈਗੇ ਨਾ। ਅਤੇ ਮੈਂ ਅੰਦਰੋਂ ਇੱਕ ਸਿੱਖੀ ਦੇ ਪ੍ਰਤੀ ਪਿਆਰ ਸੀ ਉਸ ਟਾਈਮ ਵੀ। ਅਤੇ ਇਹ ਮੈਂ ਬੱਚਿਓ ਮੈਂ ਕਹਾਂਗਾ, ਤੁਸੀਂ ਇਹਨਾਂ ਚੀਜ਼ਾਂ ਦੂਰ ਰਹੋ, ਨਸ਼ੇ ਪੱਤੇ ਤੋਂ ਦੂਰ ਰਹੋ, ਪਰਮੇਸ਼ਰ ਦਾ ਨਾਮ ਜਪੋ, ਆਪਣੇ ਮਾਪਿਆਂ ਦਾ ਸਤਿਕਾਰ ਕਰੋ। ਸਭ ਤੋਂ ਵੱਡੀ ਖੇਡ ਆ ਆਪਣੇ ਵੱਡਿਆਂ ਦਾ ਸਤਿਕਾਰ, ਉਹਨਾਂ ਦੇ ਹੁਕਮ 'ਚ ਰਹਿ ਕੇ, ਅਤੇ ਤੁਸੀਂ ਜੋ ਵੀ ਤੁਹਾਡਾ ਟੀਚਾ ਤੁਸੀਂ ਮਿਥਿਆ ਉਹਨੂੰ ਅਚੀਵ ਕਰੋ। ਜਦੋਂ ਵੀ ਤੁਸੀਂ, ਮੈਂ ਤੁਹਾਨੂੰ ਵਾਅਦੇ ਨਾਲ ਕਹਿ ਦਿੰਦਾ ਕਿ ਤੁਸੀਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਸੀਸ ਆਪਣਾ ਜਿਹੜਾ ਸੀਗਾ ਭੇਟ ਕਰਕੇ ਤੁਸੀਂ ਜਦੋਂ ਵੀ ਸਿੱਖੀ ਨੂੰ ਧਾਰਨ ਕਰ ਲਓ, ਤੁਹਾਡੇ ਅੱਧੇ ਕਾਰਜ ਗੁਰੂ ਪਾਤਸ਼ਾਹ ਨੇ ਊਂ ਹੀ ਨਿਬੇੜ ਦੇਣੇ ਆ। ਤੁਸੀਂ ਪਰਤਾ ਕੇ ਵੇਖ ਲਿਓ ਇੱਕ ਵਾਰੀ, ਮੁੱਖ ਧਾਰਾ ਚਾਹੋ ਤਾਂ ਸਹੀ, ਦਸਤਾਰ ਸਜਾਓ ਤਾਂ ਸਹੀ। ਸੁੰਦਰ ਦਸਤਾਰਾਂ ਸੁੰਦਰ ਚਿਹਰਿਆਂ 'ਤੇ ਹੀ ਜੱਚਦੀਆਂ ਨੇ, ਦਾੜਾ ਪ੍ਰਕਾਸ਼ ਹੋਵੇ। ਅੱਜ ਕਿੰਨੇ ਆਪਣੇ ਸਿੰਗਰ ਮੁੰਡੇ ਦੇਖੋ, ਤੁਸੀਂ ਦੇਖਿਆ ਨਾ, ਕਈਆਂ ਨੇ ਸੋਹਣੇ ਦਾੜੇ ਰੱਖੇ ਨੇ, ਦਸਤਾਰਾਂ ਸਜਾਉਂਦੇ ਨੇ। ਈਵਨ ਕਿ ਇਸ ਟਾਈਮ 'ਤੇ ਮੇਰੇ ਖਿਆਲ ਦੇ ਵਿੱਚ ਬੰਬੇ ਦੇ ਵਿੱਚ ਵੀ ਸਰਦਾਰਾਂ ਦਾ ਹੀ ਬੱਲੇ ਬੱਲੇ ਆ, ਬਹੁਤ ਇਹਨਾਂ ਨੂੰ ਪਸੰਦ ਕਰਦੇ ਆ। ਭਾਅ ਜੀ, ਮੈਂ ਤੁਹਾਨੂੰ ਜ਼ਿੰਦਗੀ ਦੀ ਇੱਕ ਘਟਨਾ ਦੱਸਦਾ। ਜਦੋਂ ਮੈਂ ਵਿਲਨ ਕਰੈਕਟਰ ਕਰਦਾ ਸੀ, ਮੇਰੇ ਹੁਣ ਵੀ ਕਈ ਵਾਰੀ ਨਾ ਜਦੋਂ ਬਾਣੇ ਦੇ ਕਰਕੇ ਲੋਕ ਸਤਿਕਾਰ ਕਰਦੇ ਆ ਅਤੇ ਅੱਖਾਂ 'ਚ ਪਾਣੀ ਆ ਜਾਂਦਾ ਕਿ ਇਹ ਕਲਗੀਆਂ ਵਾਲੇ ਪਾਤਸ਼ਾਹ, ਤੁਹਾਡੇ ਬਾਣੇ ਨੂੰ ਕਿੰਨਾ ਸਤਿਕਾਰ ਆ, ਵੀ ਤੁਹਾਡੇ ਬਾਣੇ ਕਰਕੇ ਮੈਨੂੰ ਵੀ ਪੁੱਛ ਰਹਿੰਦੇ ਲੋਕ ਜਦੋਂ ਫਤਿਹ ਗਜਾਉਂਦੇ ਆ, ਵੀ ਮੇਰੇ ਪਾਤਸ਼ਾਹ ਮੈਨੂੰ ਨਹੀਂ ਫਤਿਹ ਗਜਾਈ, ਆਪ ਜੀ ਦੇ ਬਾਣੇ ਨੂੰ ਗਜਾਈ ਆ। ਭਾਅ ਜੀ, ਮੈਂ ਉਦੋਂ ਵਿਲਨ ਕਰੈਕਟਰ ਕਰਦਾ ਸੀ। ਹੁਸ਼ਿਆਰਪੁਰ ਅੱਡੇ ਉੱਤੇ ਇੱਕ ਲੜਕਾ ਮਿਲਿਆ, ਮੈਨੂੰ ਕਹਿੰਦਾ, ਆਪ ਜੈਜ਼ੀ ਲੋਰੀਆ ਜੇ, ਜੈਜ਼ੀ ਲੋਰੀਆ? ਮੈਂ ਕਿਹਾ ਜੀ ਬਿਲਕੁਲ। ਕਹਿੰਦਾ ਜੀ 1 ਮਿੰਟ ਰੁਕੋਗੇ, ਮੇਰੇ ਮੰਮੀ ਤੁਹਾਡੇ ਬਹੁਤ ਫੈਨ ਨੇ, ਤੁਹਾਡੇ ਬਹੁਤ ਸੌਂਗ ਦੇਖੇ ਆ, ਤੁਹਾਡੀਆਂ ਮੈਂ ਰੈਸਲਿੰਗ ਦੇਖੀਆਂ ਜੀ। ਮੈਨੂੰ ਉਹਨਾਂ ਨੇ ਕਾਫੀ ਗਣਾਤਾ ਮੇਰੇ ਸੌਂਗ ਵਗੈਰਾ ਜੀ, ਇਹ ਕੀਤਾ, ਤੁਹਾਡਾ ਵਿਲਨ ਕਰੈਕਟਰ ਬਹੁਤ ਸੋਹਣਾ ਲੱਗਦਾ। ਮੈਂ 1 ਮਿੰਟ, ਉਹ ਨਾ ਦੇਸੀ ਮਾਤਾ ਉਹਦੀ ਆਣ ਕੇ ਅਤੇ ਮੈਨੂੰ ਸਮਝ ਨਹੀਂ ਆਈ ਵੀ ਉਹਨੇ ਮੇਰੀ ਇੱਜ਼ਤ ਕੀਤੀ ਸੀ ਕਿ ਬੇਇੱਜ਼ਤੀ ਕੀਤੀ ਸੀ। ਮੈਨੂੰ ਆਉਂਦਿਆਂ, ਵੇ ਪੁੱਤ ਤੂੰ ਤਾਂ ਬਾਹਲਾ ਸਾਊ ਲੱਗਦਾ, TV 'ਚ ਬਹੁਤ ਚਵਲ ਲੱਗਦਾ। ਜਦੋਂ ਉਹਨੇ ਇੰਨੀ ਗੱਲ ਕਹੀ, ਮੈਂ ਹੱਥ ਜੋੜ ਕੇ ਮੈਂ ਕਿਹਾ, ਮਾਤਾ ਜੀ ਉਹ ਕਰੈਕਟਰ ਹੁੰਦੇ ਆ, ਵੀ ਜਦੋਂ ਇੱਕ ਵਿਲਨ ਕਰੈਕਟਰ ਦੇ ਵਿੱਚ ਨੈਚੁਰਲੀ ਹਰ ਆਰਟਿਸਟ ਕਹੇਗਾ ਕਿ ਮੈਂ ਵਿਲਨ ਰੂਪ ਦੇ ਵਿੱਚ ਪੂਰਾ ਖੰਖਾਰ ਲੱਗਾ, ਜਿੰਨਾ ਵੀ ਲੱਗ ਸਕਦਾ ਵਾਂ। ਅਤੇ ਉਹ ਬਾਅਦ ਦੇ ਵਿੱਚ ਮੈਂ ਹੱਸਿਆ ਵੀ ਕਾਫੀ। ਅਤੇ ਅੱਜ ਹੁਣ ਮੇਰੇ ਮਨ 'ਚ ਇਹ ਗੱਲ ਆਉਂਦੀ ਆ, ਦੇਖੋ ਜੇ ਮੈਂ ਉਦੋਂ ਕਲੀਨ ਸ਼ੇਵ ਹੋ ਕੇ ਵਿਲਨ ਕਰੈਕਟਰ ਕਰਦਾ ਸੀ ਅਤੇ ਉਦੋਂ ਜੋ ਮਾਤਾ ਨੇ ਕਿਹਾ ਸੀ, ਹੁਣ ਮੈਂ ਨਹੀਂ ਜਾਣਦਾ ਕਿ ਉਹਦੇ ਮਨ 'ਚ ਮੇਰੇ ਪ੍ਰਤੀ
ਕੀ ਖਿਆਲ ਸੀਗੇ। ਪਰ ਅੱਜ ਜੋ ਗੁਰੂ ਪਾਤਸ਼ਾਹ ਨੇ ਆ ਬਾਣਾ ਬਖਸ਼ਿਆ, ਇਹਦੇ ਵਿੱਚ ਜੋ ਵੀ ਮਿਲਦਾ ਵਾ ਉਹ ਫਤਿਹ ਗਜਾਏਗਾ, ਸਤਿ ਸ੍ਰੀ ਅਕਾਲ ਕਹੇਗਾ, ਹੱਥ ਜੋੜ ਕੇ ਨਮਸਕਾਰ, ਜੋ ਵੀ ਦੂਜੇ ਸਾਰੇ। ਸੋ ਇਹ ਸਤਿਕਾਰ ਸਾਰਾ ਬਾਣੇ ਨੂੰ ਹੀ ਹੈ। ਅਤੇ ਮੈਂ ਤਾਂ ਕਹਾਂਗਾ ਕਿ ਮੈਂ ਬਹੁਤ ਭਾਗਿਆਸ਼ਾਲੀ ਹਾਂ। ਪਤਾ ਨਹੀਂ ਕਿਹੜੇ ਕਿ ਮੇਰੇ ਚੰਗੇ ਕੰਮ ਕੀਤੇ ਅੱਗੇ ਆ ਗਿਆ, ਜਿਹੜਾ ਗੁਰੂ ਪਾਤਸ਼ਾਹ ਨੇ ਆਪਣਾ ਇਹ ਸਰੂਪ ਦਾਸ ਨੂੰ ਬਖਸ਼ਿਆ। ਬਹੁਤ ਵਧੀਆ ਤੁਹਾਡੇ ਜਿਹੜੇ ਵਿਚਾਰ ਨੇ, ਔਰ ਬਹੁਤ ਵਧੀਆ ਇੱਕ ਲੋਕਾਂ ਨੂੰ ਸੇਧ ਦੇਣ ਵਾਲੇ ਵੀ ਨੇ। ਵੈਸੇ ਮੇਰਾ ਮਨ ਤਾਂ ਨਹੀਂ ਸੀ, ਲੇਕਿਨ ਮੈਂ ਇੱਕ ਵਾਰੀ ਫਿਰ ਕਹਾਂਗਾ ਕਿ ਇੱਕ ਵਾਰੀ ਕੋਈ ਇਸ ਤਰ੍ਹਾਂ ਦਾ ਕੋਈ ਵਾਕਿਆ ਹੀ ਕਿ ਦਰਸ਼ਕਾਂ ਨੂੰ ਵੀ ਪਤਾ ਲੱਗ ਜਾਵੇ ਕਿ ਇਹੀ ਜੱਜੀ ਲੋਰੀਆ ਹੈ ਕਿ ਜਿਹੜੇ ਜੱਜੀ ਲੋਰੀਆ ਤੋਂ ਜਗਜੀਵਨ ਸਿੰਘ ਬਣੇ ਨੇ। ਅਤੇ ਕੋਈ ਇਸ ਤਰ੍ਹਾਂ ਦਾ ਕੋਈ ਡਾਇਲਾਗ ਜਿਹੜਾ ਹੈਗਾ ਕਿ ਤੁਹਾਡੀ ਕੋਈ ਪੁਰਾਣੀ ਫਿਲਮ ਦਾ ਹੋਵੇ, ਜਿਹੜੇ ਵਿਲਨ ਦੇ ਵਿੱਚ ਤੁਹਾਨੂੰ ਵੀ ਚੰਗਾ ਲੱਗਦਾ ਹੋਵੇ, ਅਤੇ ਮੇਰੇ ਖਿਆਲ 'ਚ ਜਿਸ ਬਹਾਨੇ 'ਚ ਆਪਾਂ ਹੈਗੇ ਹਾਂ ਉਹ ਲੋਕਾਂ ਨੂੰ ਵੀ ਚੰਗਾ ਲੱਗੇ। ਭਾਜੀ ਮੈਂ ਬੇਨਤੀ ਕਰਾਂਗਾ, ਹਰ ਇੱਕ ਬਾਣੇ ਦਾ ਵੀ ਸਤਿਕਾਰ ਆ। ਜੋ ਇਹ ਮੈਂ ਗੁਰੂ ਪਾਤਸ਼ਾਹ ਨੇ ਮੈਨੂੰ ਸ਼ਸਤਰ ਬਖਸ਼ੇ ਆ, ਮੈਂ ਨਹੀਂ ਇਹ ਜਿਹੜਾ ਨਾ ਹੁਣ ਕਹੀਏ ਨਾ ਕਿ ਆਪਾਂ ਉਹ ਡਾਇਲਾਗ ਹੁਣ ਉਹ ਜੈਜ਼ੀ ਲਾਹੌਰੀਆ ਦੇ ਮੂੰਹ 'ਚੋਂ ਹੀ ਚੰਗੇ ਲੱਗਦੇ ਸੀ, ਜਗਜੀਵਨ ਸਿੰਘ ਦੇ ਮੂੰਹ 'ਚੋਂ ਉਹ ਡਾਇਲਾਗ ਚੰਗੇ ਨਹੀਂ ਲੱਗਣੇ। ਹੁਣ ਜਗਜੀਵਨ ਸਿੰਘ ਤੇ ਇੱਕੋ ਡਾਇਲਾਗ ਬੋਲੇਗਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿੱਤਰੋ ਪਿਆਰਿਓ, ਇਹ ਮੇਰੇ ਦੋਸਤੋ ਕਿਰਪਾ ਦ੍ਰਿਸ਼ਟੀ ਉਸ ਪਰਮਾਤਮਾ ਦੀ ਤੁਹਾਡੇ 'ਤੇ ਤਾਂ ਹੀ ਹੋਣੀ ਆ ਜੇ ਤੁਸੀਂ ਆਪਣੇ ਆਪ ਉੱਤੇ ਆਪਣੀ ਕਿਰਪਾ ਬਣਾਓਗੇ। ਆਪਣੀ ਕਿਰਪਾ ਸਮਝੇ ਨਾ, ਮਾੜੇ ਕੰਮ ਛੱਡੋ, ਨਸ਼ੇ ਪੱਤੇ ਛੱਡੋ, ਮਾਂ ਪਿਓ ਦੇ ਆਗਿਆਕਾਰੀ ਬਣੋ, ਆਪਣੇ ਫਰਜ਼ ਪ੍ਰਤੀ ਸੁਚੇਤ ਹੋ ਜਾਓ। ਜੋ ਤੁਹਾਨੂੰ ਗੁਰੂ ਪਾਤਸ਼ਾਹ ਨੇ ਇਸ ਦੁਨੀਆ 'ਤੇ ਭੇਜਿਆ ਅਤੇ ਚੰਗੇ ਕੰਮਾਂ ਵਾਸਤੇ ਭੇਜਿਆ ਵਾ, ਆਪਾਂ ਜ਼ਿੰਦਗੀ 'ਚ ਚੰਗੇ ਕਰਮ ਕਰਨੇ ਆ, ਜਿਹਦੇ ਨਾਲ ਕਿ ਸਾਡੀ ਵੀ ਪਛਾਣ ਬਣੇ ਚੰਗੇ ਕਰਮਾਂ ਕਰਕੇ, ਅਤੇ ਸਾਡੇ ਮਾਂ ਪਿਓ ਦੀ ਵੀ ਇੱਜ਼ਤ ਬਣੇ। ਬਸ ਇਹ ਦੇਖੋ ਕਿ ਜਿਹੜਾ ਕੰਮ ਮੈਂ ਕਰਨ ਲੱਗਾ ਜ਼ਿੰਦਗੀ 'ਚ, ਇਹਦੇ ਨਾਲ ਮੇਰੇ ਪਰਿਵਾਰ ਨੂੰ ਠੇਸ ਪਹੁੰਚੇਗੀ ਜਾਂ ਉਹਨਾਂ ਦੇ ਮਨ ਨੂੰ ਖੁਸ਼ੀ ਮਿਲੇਗੀ। ਮੈਂ ਤਾਂ ਇਹ ਗੱਲ ਕਹਾਂਗਾ। ਬਾਕੀ ਮੇਰੇ ਵੀਰਿਓ, ਕੇਸ ਕਤਲ ਨਾ ਕਰਾਓ। ਮੈਂ ਫਿਰ ਬੇਨਤੀ ਕਰਦਾ ਕਿ ਕੇਸਾਧਾਰੀ ਹੋ ਕੇ ਤਿਆਰ ਬਰ ਤਿਆਰ ਸਿੰਘ ਸੱਜੋ, ਬਾਣਾ ਧਾਰਨ ਕਰੋ ਅਤੇ ਪੂਰੀ ਗੁਰੂ ਕੀ ਫੌਜ ਦੇ ਇਸ ਸਰੂਪ ਦੇ ਵਿੱਚ ਆ ਕੇ ਤੇ ਉਸ ਅਕਾਲ ਪੁਰਖ ਦੇ ਖੁਸ਼ੀ ਪ੍ਰਾਪਤ ਕਰੋ। ਇਹੀ ਮੇਰਾ ਜਿਹੜਾ ਸੀ ਬੇਨਤਾ ਆਪ ਜੀ ਨੂੰ, ਅਤੇ ਗੁਰੂ ਪਾਤਸ਼ਾਹੀ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਮੇਰੇ ਵੀਰੋ, ਚੜ੍ਹਦੀਆਂ ਕਲਾ ਬਖਸ਼ਣ। ਬਸ ਤਿਆਰ ਬਰ ਤਿਆਰ ਹੋ ਜਾਓ। ਬਹੁਤ ਬਹੁਤ ਧੰਨਵਾਦ ਜਗਜੀਵਨ ਜੀ, ਤੁਸੀਂ ਜਿਹੜੀ ਆਪਣੀ ਜੀਵਨ ਦੇ ਬਾਰੇ ਜੋ ਕੁਛ ਵੀ ਦੱਸਿਆ, ਔਰ ਦਰਸ਼ਕਾਂ ਨੂੰ ਵੀ ਔਰ ਖਾਸ ਕਰਕੇ ਆਪਣੇ ਉਹਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਪਤਿਤ ਪੁਣੇ ਤੋਂ ਹਟ ਕੇ ਸਿੱਖੀ ਵੱਲ ਇੱਕ ਵਾਰੀ ਫੇਰ ਆਓ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇਹ ਸਨ ਸਰਦਾਰ ਜਗਜੀਵਨ ਸਿੰਘ ਜੀ, ਜਿਨ੍ਹਾਂ ਨੇ ਕਿ ਬੜੇ ਹੀ ਵਧੀਆ ਤਰੀਕੇ ਦੇ ਨਾਲ ਆਪਣਾ ਇੱਕ ਜੋ ਪਿੱਛੇ ਬੀਤ ਚੁੱਕਾ ਹੈ ਫਿਲਮੀ ਕੈਰੀਅਰ ਸੀ, ਉਸ ਬਾਰੇ ਵੀ ਦੱਸਿਆ। ਉਸ ਬਾਰੇ ਦੱਸਿਆ ਵੀ ਹੈ ਕਿ ਬੰਬੇ ਦੇ ਵਿੱਚ ਜਾ ਕੇ, ਖਾਸ ਕਰਕੇ ਮਾਇਆ ਨਗਰੀ ਦੇ ਵਿੱਚ ਜਾ ਕੇ ਬਹੁਤ ਸਾਰੀਆਂ ਉਹਨਾਂ ਨੇ ਵੀ ਸਟਰਗਲ ਕੀਤੀਆਂ, ਔਰ ਸਾਡੇ ਜਿਹੜੇ ਕੁਛ ਪੰਜਾਬ ਦੇ ਨੌਜਵਾਨ ਨੇ ਉਹ ਵੀ ਕਰਦੇ ਨੇ, ਔਰ ਉਹਨਾਂ ਨੂੰ ਹਰ ਇੱਕ ਨੂੰ ਪ੍ਰੇਰਿਤ ਕੀਤਾ ਕਿ ਖਾਸ ਕਰਕੇ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਔਰ ਸਿੱਖੀ ਸਰੂਪ ਦੇ ਵਿੱਚ ਰਹੋ। ਔਰ ਇਸੇ ਹੀ ਤਰ੍ਹਾਂ ਅਸੀਂ ਹੋਰ ਵੀ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਾਂਗੇ। ਹੁਣ ਤੁਹਾਡੇ ਕੋਲ ਲਵਾਂਗੇ ਜੀ ਇਜਾਜ਼ਤ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ, ਬੋਲੀ ਹੋਲੀ ਬਾਬਾ ਚੈਨਲ, ਜੰਡਿਆਲਾ ਗੁਰੂ।